ਹੋਰ ਕੀ ਗੱਲਾਂ ਹੋਈਆਂ? ਇੱਕ ਤਾਂ ਸਾਡੇ ਨਾਲ ਉਹਦੀ ਕੋਈ ਗੱਲ ਨਹੀਂ ਹੋਈ, ਉਹ ਵੀ ਰੋਈ ਗਿਆ ਜੀ, ਮੇਰੀ ਰੋਈ ਗਈ, ਕਾਕਾ ਵੀ ਰੋਈ ਗਿਆ। ਹੋਰ ਜੀ ਉਹਦੇ ਨਾਲ ਕੋਈ ਗੱਲ ਨਹੀਂ ਹੋਈ ਮੇਰੀ। ਮੈਂ ਕਿਹਾ ਤੈਨੂੰ ਕੋਈ ਦੁੱਖ ਤਕਲੀਫ ਆ? ਕਹਿੰਦਾ ਮੰਮੀ ਮੈਨੂੰ ਕੋਈ ਦੁੱਖ ਤਕਲੀਫ ਨਹੀਂ, ਮੈਨੂੰ ਇਹਨਾਂ ਮੁਲਾਜ਼ਮਾਂ ਨੇ ਕੁਝ ਨਹੀਂ ਕਿਹਾ, ਪਟਿਆਲੇ ਵਾਲਿਆਂ ਨੇ। ਕਹਿੰਦਾ ਇਹਨਾਂ ਨੇ ਮੇਰੇ ਉਂਗਲ ਵੀ ਨਹੀਂ ਲਾਈ। ਕਹਿੰਦਾ ਜਿਹੜੇ ਆਪਣੇ ਉਹ ਸੀ ਨਾ ਬੋਹਾ ਵਾਲੇ ਮੰਮੀ, ਉਹਨਾਂ ਨੇ ਮੈਨੂੰ ਕਰੰਟ ਲਾਇਆ। ਹਾਂਜੀ, ਇੰਨੀ ਗੱਲ ਮੇਰੇ ਕਾਕੇ ਨੇ ਦੱਸੀ, ਮੈਨੂੰ ਕਿਸੇ ਨੇ ਨਹੀਂ ਦੱਸੀ ਜੀ ਵੀ ਐਵੇਂ ਸਾਨੂੰ ਕੁਝ ਨਹੀਂ ਕਹੇ ਵੀ ਵਿਚਾਰੀ ਰੋਈ ਗਈ, ਮੈਂ ਵੀ ਰੋਈ ਗਈ, ਉਹ ਕਾਕਾ ਵੀ ਰੋਈ ਗਿਆ ਜੀ ਉੱਥੇ। ਬਸ ਇੰਨਾ ਮੈਨੂੰ ਕਹਿ ਕੇ ਰੋਣੋਂ ਨਹੀਂ ਹਟਿਆ ਜੀ। ਉਹ ਇਹੋ ਜਿਹਾ ਕਹੇ ਨਹੀਂ ਸੀ ਜੀ ਮੇਰਾ ਕਾਕਾ, ਜੇ ਹੁੰਦਾ ਨਾ। ਨਹੀਂ, ਬਿਲਕੁਲ ਨਹੀਂ ਹੈਗਾ ਜੀ, ਨਜਾਇਜ਼ ਹੈ ਨਾ, ਉਹ ਤਾਂ ਝੂਠਾ ਇਲਜ਼ਾਮ ਲਾਇਆ ਗਿਆ ਜੀ, ਝੂਠਾ। ਜਦੋਂ ਮੇਰੀ ਗੱਲ ਸੁਣੋ ਜੀ, ਜਦੋਂ ਬੀੜੀ ਜਰਦਾ ਬੰਦਾ ਉਹ ਖਾਲਸਤਾਨੀਆਂ 'ਚ ਹੋ ਸਕਦਾ, ਸਾਡਾ ਕੋਈ ਸੰਬੰਧ ਨਹੀਂ ਉਹਨਾਂ ਨਾਲ, ਖਾਲਸਤਾਨੀ ਵਾਲਾ ਕੰਮ ਕੋਈ ਹੈ ਜਾਂ ਵੀ ਸਿੱਖ ਹੋਣ ਦਾ ਹੀ ਹੋਇਆ, ਵੀ ਸਿੱਖ ਹੋਣ ਕਰਕੇ ਉਹਨਾਂ ਨੂੰ ਚੱਕਿਆ ਗਿਆ। ਹੋਰ ਤਾਂ ਕੋਈ ਇਹੋ ਜਿਹੀ ਗੱਲ ਹੀ ਨਹੀਂ ਸੀ। ਜੇ ਇਹੋ ਜਿਹੀ ਕੋਈ ਗੱਲ ਹੁੰਦੀ ਘਰ ਦੇ ਹਾਲਾਤਾਂ ਤੋਂ ਹੀ ਪਤਾ ਲੱਗ ਜਾਂਦਾ ਜੀ। ਸਾਡੇ ਕੋਈ ਹੈ ਹੀ ਨਹੀਂ, ਬੱਚੇ ਜੀ ਇਹ ਰੋਣ ਲੱਗ ਜਾਂਦੇ ਆ, ਮੈਂ ਬਿਮਾਰ ਪਈ ਹਾਂ। ਹੁਣ ਕੀ ਹੋ ਕਹਿ ਸਕਦੇ, ਕੀ ਕਰਾਇਆ ਉਹਨਾਂ ਨੇ, ਕੀ ਸਾਡੇ ਕਿਉਂ ਆ ਇਸ ਤਰ੍ਹਾਂ ਕੀਤਾ ਹੈਗਾ। ਅੰਮ੍ਰਿਤਧਾਰੀ ਹੋਣ ਕਰਕੇ ਕੀਤਾ ਹੋ ਸਕਦਾ। ਜਿਵੇਂ ਹੁਣ ਹੋਰ ਚੱਕੇ ਨੇ, ਕਹਿੰਦੇ ਉਹ ਵੀ ਅੰਮ੍ਰਿਤਧਾਰੀ ਸੀ, ਇਹ ਵੀ ਅੰਮ੍ਰਿਤਧਾਰੀ। ਤੁਸੀਂ ਸੀਗੇ ਜਦੋਂ ਫਾਦਰ ਸਾਹਿਬ ਨੂੰ ਲੈ ਕੇ ਗਏ ਤੇ ਤੁਹਾਡੇ ਸਾਹਮਣੇ ਹੀ ਪੁਲਿਸ ਵਾਲੇ ਲੈ ਕੇ ਗਏ? ਹਾਂਜੀ ਜੀ। ਤੇ ਤੁਹਾਡੇ ਫਾਦਰ ਸਾਹਿਬ ਉਦੋਂ ਕਹਿੰਦੇ ਨਹੀਂ ਪਏ ਸੀਗੇ ਮੇਰਾ ਗੁਨਾਹ ਦੱਸੋ, ਮੇਰੀ ਗਲਤੀ ਦੱਸੋ? ਪੁੱਛਦੇ ਨਹੀਂ ਸੀਗੇ ਪੁਲਿਸ ਵਾਲਿਆਂ ਨੂੰ ਕਿ ਲੈ ਕੇ ਕਿਉਂ ਜਾ ਰਹੇ ਹੋ? ਕਹਿੰਦੇ ਸੀ ਉਹ ਲੈ ਗਏ ਫਿਰ ਵੀ ਧੱਕੇ ਨਾਲ। ਧੱਕਾ ਮਤਲਬ ਕਿਸ ਤਰ੍ਹਾਂ? ਬਾਹਾਂ ਮਰੋੜ ਕੇ ਲੈ ਗਏ, ਕੁਝ ਕਰਨ ਨਹੀਂ ਦਿੱਤਾ ਉਹਨਾਂ ਨੂੰ। ਮੇਰੀ ਕੁੜੀ ਆ ਇਹ, ਮੈਂ ਤਾਂ ਬੈਠੀ ਆ, ਆਓ ਇਹਦਾ ਸਹੁਰਾ ਪਿਆ ਉਧਰ ਵਿਚਾਰਾ। ਮੈਂ ਤਾਂ ਹੁਣ ਕੁਛ ਕਰਨ ਜੋ ਕਰੇ, ਜਵਾਕਾਂ ਕੋਲ ਜ਼ਰੂਰ ਹੈਗੀ ਆ। ਕੁੜੀ ਰੋਟੀ ਪਕਾਉਂਦੀ ਹੈ, ਜਾਂ ਕਦੇ ਇਹਦੀ ਭੂਆ ਆ ਗਈ, ਕਦੇ ਕੋਈ ਆ ਗਈ। ਹੁਣ ਰਹੀ ਦਾ ਕੀ ਤੋਂ ਹੈ? ਬਸ ਮੈਂ ਤਾਂ ਕੁੜੀ ਕਰਕੇ ਭੇਜਤੀ ਵੀ ਤੂੰ ਕੋਲ ਹੀ ਬੈਠੀ ਰਹੀ। ਕੋਈ ਜਦ ਭੈਣ ਭਾਈ ਦੇ ਜਾਂਦਾ, ਕੋਈ ਰਿਸ਼ਤੇਦਾਰ, ਭੂਆ ਆ ਰਹੀ ਹੈ ਇਹਦੀ, ਕੱਪੜਾ ਲੀੜਾ ਧੋਤਾ ਹੈ, ਹੁਣ ਵਿੱਚੇ ਪਿਸ਼ਾਬ ਛੂ ਵਿੱਚੇ ਨਿਕਲਦਾ ਗੁਜ਼ਾਰਾ। ਬਸ ਕਦੇ ਭੂਆ ਕਈ ਨੇ ਇਹਦੀਆਂ, ਉਹ ਦੇ ਜਾਂਦੀਆਂ ਨੇ, ਕਦੇ ਕੋਈ। ਮੈਨੂੰ ਤਾਂ ਕੋਈ ਗੱਲ ਹੀ ਨਹੀਂ ਸੁੱਝ ਰਹੀ ਵੀ ਸਾਡੇ ਨਾਲ ਇੰਨਾ ਧੱਕਾ। ਉਹਨਾਂ ਨੇ ਸਾਨੂੰ ਪੈਸਾ ਧੇਲੀ ਵੀ ਨਹੀਂ ਫੜਾਉਣ ਦਿੱਤਾ ਦਵਾਈ ਵਾਸਤੇ। ਅਸੀਂ ਦੋਨੇ ਮਾਂ ਪੁੱਤੀ ਰਹਿ ਗਏ ਉੱਥੇ। ਪਤਾ ਨਹੀਂ ਆਟੋ 'ਤੇ ਆਉਣ ਕਰਕੇ ਹੁਣ ਮੇਰਾ ਬਾਥਰੂਮ ਜਿਵੇਂ ਪੈਪ ਵੀ ਲਵਾਈ ਹੈ, ਨਾ ਬਾਥਰੂਮ ਉੱਧਰ ਆਉਂਦਾ, ਨਾ ਮੇਰਾ ਵਿੱਚ ਵੀ ਨਿਕਲ ਬਾਥਰੂਮ, ਕੱਪੜੇ ਵੀ ਗਿੱਲੇ ਹੁੰਦੇ ਆ। ਐਮਰਜੈਂਸੀ ਦਾ ਉਹ ਕਾਲਾ ਦੌਰ ਤੁਹਾਨੂੰ ਯਾਦ ਹੋਏਗਾ ਜਦੋਂ ਉਦੋਂ ਦੀ ਸਰਕਾਰ ਨੇ ਲੋਕਾਂ ਦੀਆਂ ਆਵਾਜ਼ਾਂ ਨੂੰ ਦਬਾਉਣ ਦੇ ਲਈ ਜਾਂ ਲੋਕਾਂ ਦੀਆਂ ਆਵਾਜ਼ਾਂ ਦੇ ਉੱਤੇ ਤਾਲਾ ਲਗਾਉਣ ਦੇ ਲਈ ਅਲੱਗ-ਅਲੱਗ ਤਰੀਕੇ, ਅਲੱਗ-ਅਲੱਗ ਹੱਥਕੰਡੇ ਅਪਣਾਏ। ਉਹਦੇ 'ਚੋਂ ਇੱਕ ਕਾਨੂੰਨ ਸੀਗਾ ਜਿਸ ਦਾ ਨਾਮ ਸੀਗਾ MISA, MISA। ਇਸ ਕਾਨੂੰਨ ਤਹਿਤ ਉਹਨਾਂ ਲੋਕਾਂ ਨੂੰ ਚੁੱਕ ਕੇ ਜੇਲ੍ਹਾਂ ਦੇ ਅੰਦਰ ਬੰਦ ਕਰ ਦਿੱਤਾ ਜਾਂਦਾ ਸੀਗਾ ਜਿਹੜੇ ਲੋਕ ਇੰਦਰਾ ਗਾਂਧੀ ਦੇ ਖਿਲਾਫ ਜਾਂ ਐਮਰਜੈਂਸੀ ਦੇ ਖਿਲਾਫ ਆਵਾਜ਼ਾਂ ਨੂੰ ਬੁਲੰਦ ਕਰਿਆ ਕਰਦੇ ਸੀਗੇ। ਇਹ ਗੱਲਾਂ ਕਹਿਣ ਦੀ ਕੀ ਲੋੜ ਪਈ ਹੈ ਮੈਨੂੰ, ਕਿਉਂਕਿ ਇਸ ਕਾਨੂੰਨ ਤਹਿਤ ਕਿਹਾ ਜਾਂਦਾ ਸੀਗਾ ਕਿ ਨਾ ਦਲੀਲ ਹੋਏਗੀ, ਨਾ ਅਪੀਲ ਹੋਏਗੀ ਤੇ ਨਾ ਹੀ ਵਕੀਲ ਕੀਤਾ ਜਾ ਸਕਦਾ। ਇੱਕ ਹੋਰ ਕਾਨੂੰਨ ਹੈਗਾ ਜਿਸ ਨੂੰ UAPA ਕਿਹਾ ਜਾਂਦਾ ਹੈ। ਇਹ ਕਾਨੂੰਨ ਜਿਹੜਾ ਸੀਗਾ, ਇਸ ਨੇ ਪਹਿਲਾਂ ਅਲੱਗ ਤਰ੍ਹਾਂ ਦਾ ਦਹਿਸ਼ਤ ਦਾ ਮਾਹੌਲ ਕਸ਼ਮੀਰ ਵਰਗੇ ਇਲਾਕਿਆਂ ਦੇ ਵਿੱਚ ਬਣਾ ਕੇ ਰੱਖਿਆ, UP ਵਰਗੇ ਇਲਾਕਿਆਂ ਦੇ ਵਿੱਚ ਬਣਾ ਕੇ ਰੱਖਿਆ। ਦਿੱਲੀ ਦੇ ਵਿੱਚ ਅਲੱਗ-ਅਲੱਗ ਲੋਕਾਂ ਦੇ ਉੱਤੇ, ਉਮਰ ਖਲੀਦ ਹੋ ਗਏ ਜਾਂ ਹੋਰ ਵੀ ਸਟੂਡੈਂਟ ਜਾਂ ਬੱਚੇ ਜਿਹੜੇ ਪੜ੍ਹਦੇ ਪਏ ਸੀਗੇ ਯੂਨੀਵਰਸਿਟੀਆਂ ਦੇ ਵਿੱਚ, ਉਹਨਾਂ ਦੇ ਉੱਤੇ ਇਹ ਕਾਨੂੰਨ ਜਿਹੜਾ ਸੀਗਾ ਲਗਾ ਦਿੱਤਾ ਗਿਆ। ਲੇਕਿਨ ਜਦੋਂ ਹੁਣ ਕਾਨੂੰਨ ਇਹ UAPA ਪੰਜਾਬ ਵੱਲ ਦਾ ਰੁਖ ਕਰਦਾ ਪਿਆ ਤਾਂ ਸੁਖਪਾਲ ਸਿੰਘ ਖਹਿਰਾ ਵਰਗੇ ਰਾਜਨੇਤਾ ਖੜੇ ਹੋ ਕਰ ਇਸ ਦਾ ਵਿਰੋਧ ਕਰਦੇ ਪਏ ਨੇ। ਤੁਹਾਨੂੰ ਅੱਜ ਮਿਲਾਵਾਂਗੇ ਅਲੱਗ-ਅਲੱਗ ਪਰਿਵਾਰਾਂ ਦੇ ਨਾਲ, ਉਹ ਦੋ ਪਰਿਵਾਰ ਜਿਨ੍ਹਾਂ ਦੇ ਘਰ ਦੇ ਜਿਹੜੇ ਬਾਸ਼ਿੰਦੇ ਸੀਗੇ ਉਹਨਾਂ ਦੇ ਉੱਤੇ UAPA ਲਗਾ ਕੇ ਉਹਨਾਂ ਨੂੰ ਅੰਦਰ ਕਰ ਦਿੱਤਾ ਗਿਆ। ਇੱਕ ਮਾਮਲਾ ਹੋਰ ਸੀਗਾ ਅੰਮ੍ਰਿਤਸਰ ਦਾ, ਜਿਸ ਦੇ ਵਿੱਚ 18 ਸਾਲ ਦਾ ਮੁੰਡਾ ਜਿਸ ਦਾ ਨਾਮ ਜਸਪ੍ਰੀਤ ਸਿੰਘ ਹੈ,
ਉਸ ਨੂੰ ਰਿਹਾ ਕਰ ਦਿੱਤਾ ਗਿਆ। ਪਹਿਲਾਂ ਉਸ ਤੇ UAPA ਲਗਾ ਦਿੱਤੀ ਗਈ, ਲੇਕਿਨ ਉਸ ਤੋਂ ਬਾਅਦ ਉਸ ਮੁੰਡੇ ਨੂੰ ਰਿਹਾ ਕਰ ਦਿੱਤਾ ਗਿਆ ਤੇ ਕਿਹਾ ਗਿਆ ਕਿ ਇਸ ਦੇ ਖਿਲਾਫ ਕੋਈ ਸਬੂਤ ਨਹੀਂ ਮਿਲੇ। ਲੇਕਿਨ ਉਹ ਬੱਚਾ, ਉਹ 18 ਸਾਲ ਦਾ ਜਿਹੜਾ ਮੁੰਡਾ ਸੀਗਾ, ਉਸਨੇ ਕੁਝ ਸਮਾਂ ਜੇਲ੍ਹ ਦੇ ਵਿੱਚ ਬਿਤਾ ਕੇ ਉਹ ਬਾਹਰ ਆਇਆ। ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਉਸ ਬੱਚੇ ਦੀ ਮਾਨਸਿਕਤਾ ਦੇ ਉੱਤੇ ਕਿਸ ਤਰ੍ਹਾਂ ਦਾ ਅਸਰ ਪਏਗਾ, ਉਸ ਬੱਚੇ ਦੇ ਦਿਮਾਗ ਦੇ ਉੱਤੇ ਕਿਸ ਤਰ੍ਹਾਂ ਦਾ ਪ੍ਰਭਾਵ ਪਏਗਾ। ਅਸੀਂ ਪਹੁੰਚੇ ਹਾਂ ਮਾਨਸਾ ਦੇ ਵਿੱਚ ਇੱਕ ਪਰਿਵਾਰ ਹੈਗਾ, ਗੁਰਤੇਜ ਸਿੰਘ ਹੋਰਾਂ ਦਾ ਪਰਿਵਾਰ, ਜਿਨ੍ਹਾਂ ਦੇ 3 ਬੱਚੇ ਹੈਗੇ ਨੇ, ਜਿਨ੍ਹਾਂ 'ਚੋਂ ਇੱਕ ਛੋਟੀ ਜੀ ਮਾਸੂਮ ਬੱਚੀ ਵੀ ਹੈ ਤੇ 2 ਹੋਰ ਮੁੰਡੇ ਉਹਨਾਂ ਦੇ ਹੈਗੇ ਨੇ। ਉਹਨਾਂ ਦੀ ਪਤਨੀ ਦੀ ਹਾਲਤ ਜਿਹੜੀ ਹੈਗੀ ਹੈ, ਉਹ ਬੈੱਡ ਦੇ ਉੱਤੇ ਨੇ, ਬਿਸਤਰ ਦੇ ਉੱਤੇ ਲੰਮੇ ਪਏ ਹੋਏ ਨੇ, ਆਪਰੇਸ਼ਨ ਹੋਇਆ। ਉਹਨਾਂ ਦੀ ਪਤਨੀ ਦੱਸਦੀ ਹੈ ਕਿ ਉਹਨਾਂ ਨੂੰ ਹਸਪਤਾਲ ਦੇ ਵਿੱਚ ਜਦੋਂ ਉਹਨਾਂ ਦਾ ਇਲਾਜ ਚੱਲਦਾ ਪਿਆ ਸੀਗਾ, ਉਸ ਮੌਕੇ ਤੇ ਉਸ ਦੌਰਾਨ ਗੁਰਤੇਜ ਸਿੰਘ ਨੂੰ UAPA ਲਗਾ ਕੇ ਪੁਲਿਸ ਲੈ ਜਾਂਦੀ ਹੈ। ਉਹਨਾਂ ਦਾ ਛੋਟਾ ਮੁੰਡਾ ਦੱਸਦਾ ਹੈ ਕਿ ਮੈਂ ਆਪਣੇ ਪਿਓ ਨੂੰ ਦੇਖਿਆ ਕਿ ਉਹ ਕਿਸ ਤਰ੍ਹਾਂ ਕਹਿੰਦਾ ਪਿਆ ਸੀਗਾ ਕਿ ਮੈਂ ਨਿਰਦੋਸ਼ ਹਾਂ, ਮੈਂ ਕੁਝ ਨਹੀਂ ਕੀਤਾ, ਮੈਨੂੰ ਜਾਲਣ ਦਿਓ। ਉਹ ਮੁੰਡਾ ਇਹ ਵੀ ਦੱਸਦਾ ਹੈ ਕਿ ਮੇਰੇ ਪਿਓ ਦੀਆਂ ਬਾਹਾਂ ਮਰੋੜ ਕੇ ਕਿਸ ਤਰ੍ਹਾਂ ਪੁਲਿਸ ਵਾਲੇ ਉਹਨਾਂ ਨੂੰ ਜ਼ਬਰਦਸਤੀ ਲੈ ਕੇ ਚਲੇ ਗਏ। ਇਹ ਕਹਾਣੀ ਮਾਨਸਾ ਦੇ ਇੱਕ ਘਰ ਦੀ ਹੈਗੀ ਹੈ, ਜਿਸ ਘਰ ਦਾ ਜਿਹੜਾ ਬਸ਼ਿੰਦਾ ਹੈਗਾ ਗੁਰਤੇਜ ਸਿੰਘ, ਇਸ ਵਕਤ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਹੈ। ਉਸ ਤੋਂ ਬਾਅਦ ਲੈ ਕੇ ਚੱਲਾਂਗੇ ਤੁਹਾਨੂੰ ਬੁਢਲਾਡਾ, ਉਹ ਜਗ੍ਹਾ ਜਿੱਥੇ ਇੱਕ ਹੋਰ ਮੁੰਡੇ ਦੇ ਉੱਤੇ UAPA ਲਗਾ ਕੇ ਉਸ ਨੂੰ ਅੰਦਰ ਕਰ ਦਿੱਤਾ। ਇਹ ਕਹਾਣੀਆਂ ਦੱਸਣੀਆਂ ਜਾਂ UAPA ਦੇ ਖਿਲਾਫ ਆਵਾਜ਼ ਬੁਲੰਦ ਕਰਨੀ ਬੜੀ ਜ਼ਰੂਰੀ ਹੈ, ਕਿਉਂਕਿ ਪਤਾ ਹੀ ਨਹੀਂ ਕਿੰਨੇ ਜਿਹੜੇ ਨਿਰਦੋਸ਼ ਲੋਕ ਹੈਗੇ ਨੇ, ਜਿਨ੍ਹਾਂ ਦਾ ਕੋਈ ਕਸੂਰ ਨਾ ਹੋਵੇ, ਉਹਨਾਂ ਲੋਕਾਂ ਨੂੰ UAPA ਦੇ ਤਹਿਤ ਜੇਲ੍ਹਾਂ ਦੇ ਅੰਦਰ ਬੰਦ ਕਰ ਦਿੱਤਾ ਜਾਏਗਾ। ਲੇਕਿਨ ਫਿਰ ਇੱਕ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਅੱਗੇ ਦਾ ਸਮਾਂ ਉਹਨਾਂ ਲੋਕਾਂ ਦੇ ਉੱਤੇ ਕਿਸ ਤਰ੍ਹਾਂ ਦਾ ਬੀਤੇਗਾ। ਗੁਰਤੇਜ ਸਿੰਘ ਦੇ 3 ਬੱਚੇ, ਉਹ ਸਾਰੀ ਉਮਰ ਇਹਨਾਂ ਤਸਵੀਰਾਂ ਨੂੰ ਆਪਣੇ ਨਾਲ ਲੈ ਕੇ ਰੱਖਣਗੇ, ਆਪਣੀ ਛਾਤੀ ਦੇ ਨਾਲ ਲਾ ਕੇ ਰੱਖਣਗੇ ਕਿ ਕਿਸ ਤਰ੍ਹਾਂ ਉਹਨਾਂ ਦੇ ਪਿਓ ਦੇ ਉੱਤੇ UAPA ਲਗਾ ਕੇ ਉਹਨਾਂ ਨੂੰ ਅੰਦਰ ਕਰ ਦਿੱਤਾ। ਬੁਢਲਾਡਾ ਲੈ ਕੇ ਜਾਵਾਂਗੇ, ਬੁਢਲਾਡਾ ਲਿਜਾ ਕੇ ਉੱਥੇ ਦਿਖਾਵਾਂਗੇ ਕਿ ਪਰਿਵਾਰ ਦੀ ਕੀ ਹਾਲਤ ਹੈਗੀ ਹੈ। ਇੱਕ ਮਾਮੂਲੀ ਜਿਹੇ ਇਨਸਾਨ ਦੇ ਉੱਤੇ ਕਿਸ ਤਰ੍ਹਾਂ UAPA ਲਗਾ ਕੇ ਉਸ ਨੂੰ ਅੰਦਰ ਕਰ ਦਿੱਤਾ ਗਿਆ। ਇਸ ਗੱਲ ਦੇ ਉੱਤੇ ਆਵਾਜ਼ ਚੁੱਕਣੀ ਬਹੁਤ ਜ਼ਰੂਰੀ ਹੈ, ਕਿਉਂਕਿ ਇਨਸਾਫ ਪਸੰਦ ਜਿਹੜਾ ਸਮਾਜ ਹੁੰਦਾ ਹੈ, ਉਹ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਪਸੰਦ ਕਰਦਾ ਹੈ ਤੇ ਸਾਡਾ ਹੱਕ ਬਣਦਾ ਹੈ ਤੇ ਸਾਡਾ ਧਰਮ ਹੈ ਕਿ ਅਸੀਂ ਇਹਨਾਂ ਚੀਜ਼ਾਂ ਦੇ ਖਿਲਾਫ ਆਵਾਜ਼ ਬੁਲੰਦ ਕਰੀਏ। ਆਓ ਤੁਹਾਨੂੰ ਲੈ ਕੇ ਚੱਲਦਾ ਪਹਿਲੇ ਮਾਨਸਾ ਤੇ ਉਸ ਤੋਂ ਬਾਅਦ ਬੁਢਲਾਡਾ। UAPA यानी कि अनलॉफुल एक्टिविटीज़ प्रिवेंशन एक्ट, ਉਹ ਕਾਨੂੰਨ ਜੋ ਅੱਤਵਾਦੀਆਂ ਲਈ ਸਬਕ ਲੇਕਿਨ ਨਿਰਦੋਸ਼ਾਂ ਦੇ ਲਈ ਤਬਾਹੀ। ਲੇਕਿਨ ਹੁਣ ਇਸ ਕਾਨੂੰਨ ਦਾ ਤਾਪ ਪੰਜਾਬ ਤੱਕ ਪਹੁੰਚਣਾ ਸ਼ੁਰੂ ਹੋ ਚੁੱਕਿਆ। ਪੰਜਾਬ ਦੇ ਵਿੱਚ ਇਹ ਕਾਨੂੰਨ ਲੰਬੀ ਵੇਲ ਦੀ ਤਰ੍ਹਾਂ ਵੱਧਦਾ ਜਾ ਰਿਹਾ, ਲੇਕਿਨ ਕੀ ਇਹ ਕਾਨੂੰਨ ਦੇ ਸ਼ਿਕੰਜੇ ਦੇ ਵਿੱਚ ਬੇਕਸੂਰ ਲੋਕ ਤਾਂ ਨਹੀਂ ਆ ਰਹੇ? ਤੇ ਜੇ ਗੱਲ ਸ਼ੁਰੂ ਕਰਨੀ ਹੋਵੇ ਕਿਸੇ ਬੇਕਸੂਰ ਦੀ, ਤਾਂ ਫਿਰ ਅੰਮ੍ਰਿਤਸਰ ਦੇ 18 ਸਾਲਾ ਜਸਪ੍ਰੀਤ ਦੀ ਕਹਾਣੀ ਨਿਚੋੜ ਹੈ ਇਸ ਦਾਅਵੇ ਦਾ ਕਿ UAPA ਦਾ ਸ਼ਿਕਾਰ ਬੇਕਸੂਰ ਵੀ ਹੋ ਰਹੇ ਹਨ। 28 ਜੂਨ ਨੂੰ ਜਸਪ੍ਰੀਤ ਸਿੰਘ ਨੂੰ UAPA ਤਹਿਤ ਹਿਰਾਸਤ ਦੇ ਵਿੱਚ ਲੈ ਲਿੱਤਾ ਜਾਂਦਾ ਹੈ। ਉਸ ਤੋਂ ਬਾਅਦ ਜਸਪ੍ਰੀਤ ਸਿੰਘ ਨੂੰ 16 ਦਿਨ ਤੱਕ ਹਿਰਾਸਤ ਦੇ ਵਿੱਚ ਰੱਖਿਆ ਜਾਂਦਾ ਹੈ। ਜਸਪ੍ਰੀਤ ਸਿੰਘ ਦੇ ਪਿਤਾ ਪਲਵਿੰਦਰ ਸਿੰਘ ਦੱਸਦੇ ਨੇ ਕਿ ਇਸ ਕਾਨੂੰਨੀ ਲੜਾਈ ਨੂੰ ਲੜਨ ਦੇ ਲਈ ਉਹਨਾਂ ਨੇ 50,000 ਤੱਕ ਖਰਚ ਕਰ ਦਿੱਤੇ। ਇੱਕ ਅਖਬਾਰ ਨੂੰ ਇੰਟਰਵਿਊ ਦੇਣ ਦੌਰਾਨ ਪਲਵਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਜਦੋਂ ਪੁਲਿਸ ਜਸਪ੍ਰੀਤ ਸਿੰਘ ਦੀ ਗ੍ਰਿਫਤਾਰੀ ਦੇ ਲਈ ਆਈ, ਉਸ ਵਕਤ ਪੁਲਿਸ ਨੇ ਦੱਸਿਆ ਕਿ ਜਸਪ੍ਰੀਤ ਸਿੰਘ ਨੇ ਕਿਸੇ ਕੁੜੀ ਨੂੰ ਛੇੜਿਆ ਤੇ ਬਸ ਉਸ ਮੁਤਲਕ ਜਸਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰਨਾ ਜ਼ਰੂਰੀ ਹੈ। ਮੇਰਾ ਨਾਮ ਭਾਜੀ ਪਲਵਿੰਦਰ ਸਿੰਘ ਆ, ਪਿੰਡ ਸਾਡਾ ਬੋੜੇ ਵਾਲਾ ਫਗਾਨਾ ਵਾ। ਤੇ ਬੱਚੇ ਸਾਡੇ ਨਾਲ ਇਹ ਵਾਰਦਾਤ ਹੋਈ ਆ ਵੀ ਪੁਲਿਸ ਆਈ ਸਾਡੇ ਘਰ, ਸ਼ਾਮਾਂ ਨੂੰ ਨਾ ਰੇਡ ਕੀਤਾ, ਆਂਦੇ ਵੀ ਜਸਪ੍ਰੀਤ ਕਿੱਥੇ ਆ। ਤੇ ਘਰਦਿਆਂ ਨੇ ਆਖਿਆ ਵੀ ਬਾਹਰ ਖੇਤੀਬਾੜੀ ਆ, ਕੰਮ ਝੋਨੇ ਦਾ ਸੀਜ਼ਨ ਚੱਲਣ ਡਿਆ, ਬਾਹਰ ਆ। ਤੇ ਫਿਰ ਉਹਦੇ ਵਿੱਚੋਂ ਬਾਅਦ ਚੋਂ ਆਂਦੇ ਵੀ ਕੰਮ ਇਹਨਾਂ ਘਰਦਿਆਂ ਪੁੱਛਿਆ ਵੀ ਕੀ ਮਤਲਬ, ਆਂਦੇ ਕਿ ਕੁੜੀ ਨਾਲ ਛੇੜਖਾਨੀ ਕਰਦਾ ਫੋਨ ਤੇ, ਉਹਦੇ ਕਰਕੇ ਆਏ ਆ। ਤੇ 28 ਤਰੀਕ ਨੂੰ ਪੇਸ਼ ਕਰਾਇਆ ਖੁਦ ਆਪ ਜਾ ਕੇ। ਤੇ ਜਦੋਂ 1 ਤਰੀਕ ਨੂੰ ਪੇਪਰ ਤੇ ਸਾਨੂੰ ਉਦੋਂ ਪਤਾ ਲੱਗਾ ਵੀ ਬੱਚੇ ਦੇ ਖਾਲਸਤਾਨ ਲਿਬਰੇਸ਼ਨ ਫੋਰਸ ਦਾ ਪਰਚਾ ਬਣਾਤਾ ਇਹਨਾਂ ਨੇ ਸਮਾਣੇ। 16 ਦਿਨਾਂ ਬਾਅਦ ਸਾਡਾ ਬੱਚਾ ਹਰਿਆਣਾ ਦੇ ਦਿੱਤਾ ਤੇ ਘਰ ਆ ਗਿਆ ਲੈਣ ਦਾ ਰਾਤੀ। ਤੇ ਬੱਚੇ ਨੂੰ ਗਲੂਕੋਸ਼ ਲੱਗਦਾ ਰਿਹਾ 5 ਦਿਨ, 5 ਬੋਲਾਂ ਗਲੂਕੋਸ਼ ਲੱਗਾ ਵਾ। ਤੇ ਉਹਨਾਂ ਦੱਸਿਆ ਵੀ ਰੋਟੀ ਨਹੀਂ ਖਾਂਦੀ, ਬੱਚਾ ਤੁਹਾਡਾ ਬਹੁਤ ਤੰਗ ਪਰੇਸ਼ਾਨ ਬਿਮਾਰ ਆ। ਭਾਜੀ ਸੁਖਪਾਲ ਖਹਿਰੇ ਦਾ ਵੀ ਸਾਨੂੰ ਫੋਨ ਬਾਰ-ਬਾਰ ਆਉਂਦਾ ਰਿਹਾ ਵੀ ਦੱਸੋ, ਜੋ ਵੀ ਬਹੁਤ ਸਾਡੀ ਉਹਨਾਂ ਵੀ ਸਪੋਰਟ ਕੀਤੀ ਆ। ਤੇ ਜਦੋਂ ਬੱਚਾ ਲੈਣ ਵੀ ਗਏ, ਉਹਨਾਂ ਵੀ ਇਹ ਸਾਨੂੰ ਗੱਲ ਆਖੀ ਆ ਵੀ ਜੇ ਕੋਈ ਸਾਡੀ ਲੋੜ ਹੈ ਤਾਂ ਸਾਨੂੰ ਦੱਸੋ, ਫੋਨ ਨਾਲ ਤੁਹਾਨੂੰ ਸਿੱਧਾ ਮੈਨੂੰ ਕਰ ਸਕਦੇ ਜੋ। ਮੇਰਾ ਨਾਮ ਜੀ ਜਸਪ੍ਰੀਤ ਸਿੰਘ ਆ
ਮੇਰੇ ਪਾਪਾ ਨੇਮ ਪਲਵਿੰਦਰ ਸਿੰਘ ਆ। ਸਾਡਾ ਪਿੰਡ ਬੋੜੇਵਾਲ ਅਫਗਾਨਾ ਹੈ। ਸਾਡੇ ਘਰ ਪੁਲਿਸ ਆਈ ਸੀ ਤੇ ਸਾਡੇ ਘਰਦਿਆਂ ਪੁੱਛਿਆ ਕਿ ਕਿਹਦੇ ਕੇਸ 'ਚ ਤੁਸੀਂ ਖੜ ਲੱਗੇ ਹੋ ਇੱਦਾਂ। ਅੰਕਲ ਜੀ ਉਦੋਂ ਵੀ ਮੈਂ ਘਰ ਨਹੀਂ ਸੀ। ਅਗਲੇ ਦਿਨ ਮੁੜ ਕੇ ਮੇਰੇ ਪਾਪਾ ਮੈਨੂੰ ਪੇਸ਼ ਕਰਾ ਕੇ ਆਏ ਉੱਥੇ ਗੁਰਦਾਸਪੁਰ ਸੀਏ ਸਟਾਫ ਕੋਲ। ਅੰਕਲ ਜੀ ਉਹਨਾਂ ਮੁੜ ਕੇ ਪਰਚਾ ਕੱਢਤਾ ਉੱਥੇ ਤੇ ਮੈਨੂੰ ਖਾਲਿਸਤਾਨ ਲਿਬਰੇਸ਼ਨ ਨਾਲ ਜੋੜ ਦਿੱਤਾ ਗਿਆ। ਉੱਥੇ ਸੀਏ ਸਟਾਫ ਪਟਿਆਲੇ ਕੁੱਟਮਾਰ ਕੀਤੀ ਗਈ ਤੇ ਕਿ ਮਤਲਬ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਇਹਨਾਂ ਦਾ ਸੰਬੰਧ ਹੈ। ਪਰ ਅੰਕਲ ਜੀ ਮੇਰਾ ਕੋਈ ਸਬੂਤ ਨਹੀਂ ਸੀ, ਕੋਈ ਕੁਛ ਨਹੀਂ ਸੀ, ਪਰ ਮੈਨੂੰ ਨਜਾਇਜ਼ ਜੋੜਿਆ ਗਿਆ। ਜੇ ਆંકੜਿਆਂ ਤੇ ਝਾਤ ਮਾਰੀ ਜਾਵੇ ਤਾਂ ਕੁੱਲ 94 ਮਾਮਲੇ ਪੰਜਾਬ ਦੇ ਵਿੱਚ UAPA ਤਹਿਤ ਦਰਜ ਕੀਤੇ ਗਏ ਹਨ, ਜਿਨ੍ਹਾਂ ਚੋਂ 47 ਮਾਮਲੇ 2009 ਤੋਂ ਲੈ ਕੇ 2016 ਤੱਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਦਰਜ ਕੀਤੇ ਗਏ ਤੇ ਇਨ੍ਹਾਂ ਚੋਂ 47 ਮਾਮਲਿਆਂ ਦੇ ਵਿੱਚੋਂ 41 ਲੋਕਾਂ ਨੂੰ ਬਰੀ ਵੀ ਕਰ ਦਿੱਤਾ ਗਿਆ ਤੇ ਬਾਕੀ ਦੇ 47 ਮਾਮਲੇ ਕਾਂਗਰਸ ਦੀ ਸਰਕਾਰ ਦੌਰਾਨ ਦਰਜ ਕੀਤੇ ਗਏ। ਲੇਕਿਨ ਹੁਣ ਜਿਸ ਵਕਤ ਤੋਂ 2020 ਰੈਫਰੈਂਡਮ ਦੀ ਹਵਾ ਨੇ ਪੰਜਾਬ ਦੀ ਫਿਜ਼ਾ ਦੇ ਵਿੱਚ ਆਪਣੀ ਜਗ੍ਹਾ ਬਣਾਉਣੀ ਸ਼ੁਰੂ ਕੀਤੀ ਹੈ ਤਾਂ UAPA ਵਰਗਾ ਕਾਨੂੰਨ ਵੀ ਦੁਬਾਰਾ ਵਰਤੋਂ ਦੇ ਵਿੱਚ ਲਿਆਂਦਾ ਜਾ ਰਿਹਾ। 26 ਜੂਨ ਨੂੰ ਇੱਕ ਦਲਿਤ ਸਿੱਖ ਜਿਸ ਦਾ ਨਾਮ ਸੁਖਚੈਨ ਸਿੰਘ ਹੈ, ਉਸ ਨੂੰ ਵੀ UAPA ਲਗਾ ਕੇ ਚੁੱਕ ਲਿੱਤਾ ਗਿਆ। ਇਸ ਨੂੰ ਲੈ ਕੇ ਸੁਖਚੈਨ ਦੇ ਪਰਿਵਾਰਕ ਮੈਂਬਰਾਂ ਦਾ ਸਾਫ਼ ਤੌਰ ਤੇ ਕਹਿਣਾ ਸੀ ਕਿ ਸੁਖਚੈਨ ਨੂੰ ਫਸਾਇਆ ਗਿਆ। ਸੁਖਚੈਨ ਦੇ ਘਰ ਦਾ ਜਾਇਜ਼ਾ ਲੈਣ ਦੇ ਲਈ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਤੇ ਪੋਲਾਹ ਤੋਂ MLA ਸੁਖਪਾਲ ਸਿੰਘ ਖਹਿਰਾ ਵੀ ਪਹੁੰਚੇ। ਅਸੀਂ ਸਾਰੇ ਪਿੰਡ ਦੇ ਪਤਵੰਤੇ, ਸਾਰੀ ਪਿੰਡ ਦੀ ਪੰਚਾਇਤ ਰਾਈਟ ਸਾਈਡ ਵੀ ਦਿਖਾ ਦੇ ਇੱਧਰ ਆ ਸਾਰੇ, ਔਰ ਕੱਲੇ ਬੱਚੇ ਨੇ ਇਸ ਗੱਲ ਦੀ ਗਵਾਹੀ ਦਿੱਤੀ ਆ ਕਿ ਸੁਖਚੈਨ ਬੇਗੁਨਾਹ, ਬਿਲਕੁਲ ਬੇਗੁਨਾਹ। ਔਰ ਉਹਦੀ ਭਾਬੀ ਜਿਹੜੀ ਹੈ ਇਹਨਾਂ ਦੀ, ਪਹਿਲਾਂ ਮੈਂ ਇਹਨਾਂ ਨਾਲ ਤੁਹਾਡੀ ਵਿਚਾਰ ਕਰਾਂ, ਫਿਰ ਮੈਂ ਤੁਹਾਨੂੰ ਸਿਰਫ ਘਰ ਦਿਖਾਉਣਾ ਕਿ ਕੀ ਤੁਹਾਨੂੰ ਲੱਗਦਾ ਵਾ ਕਿ ਸੁਖਚੈਨ ਵਰਗਾ ਆਦਮੀ ਅੱਤਵਾਦੀ ਹੋ ਸਕਦਾ ਸਿਰਫ ਘਰਾਂ ਦੇ ਹਾਲਾਤ ਤੋਂ। ਔਰ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ ਕਿ ਵਿਚਾਰਿਆਂ ਨਾਲ ਕਿੰਨਾ ਮੈਂ ਸਮਝਦਾ ਬੇਇਨਸਾਫੀ ਹੋਈ ਹੈ। ਭੈਣ ਜੀ ਦੱਸੋ ਤੁਹਾਡਾ ਕੀ ਲੱਗਦਾ ਸੀਗਾ? ਦਿਓਰ ਲੱਗਦਾ ਜੀ। ਪੁਲਿਸ ਨੂੰ ਹਾਂਜੀ ਇੱਥੇ ਲੈ ਕੇ ਗਈ ਹੈ ਜੀ। ਪੰਚਾਇਤ ਦੀ ਹਾਜ਼ਰੀ? ਹਾਂ ਪੰਚਾਇਤ ਦੀ ਹਾਜ਼ਰੀ ਜੀ। ਉਹਦੇ ਤੇ ਪਹਿਲਾਂ ਕੋਈ ਇਲਜ਼ਾਮ ਕਿਸੇ ਤਰ੍ਹਾਂ? ਕੋਈ ਤਾਂ ਨਹੀਂ ਜੀ, ਕੋਈ ਨਹੀਂ। ਦੱਸ ਰਹੇ ਸੀਗੇ ਕਿ ਤੁਸੀਂ ਸਾਰੇ ਇਕੱਠੇ ਰਹਿੰਦੇ ਹੋ? ਹਾਂ ਜੀ ਇਕੱਠੇ ਰਹਿੰਦੇ। ਬਾਰੇ ਦੱਸੋ ਜਰਾ। ਹਾਂ ਜੀ ਇਕੱਠੇ ਰਹਿੰਦੇ ਆ ਜੀ ਅਸੀਂ ਵੀ। ਚਾਰ? ਹਾਂ ਜੀ ਅਸੀਂ ਬਹੁਤ ਗਰੀਬੀ ਕੱਟੀ ਹੈ ਜੀ। ਮੇਰੀ ਸੱਸ ਨੂੰ ਹੋ ਗਏ ਜੀ 40-35 ਸਾਲ ਹੋ ਗਏ ਜੀ। ਉਹ ਕਰਦੀ ਗਰੀਬੀ ਵਿੱਚ। ਹਾਂ ਮੇਰੀ ਸੱਸ ਨੂੰ ਜੀ 5 ਸਾਲ ਹੋ ਗਏ ਜੀ ਸੱਪ ਤੋਂ ਗੁਜਰਾਂ ਨੂੰ। ਸੱਪ ਨੇ ਡੰਗ ਮਾਰਿਆ ਸੀ, ਗੁਜ਼ਰ ਗਈ ਸੀ 1 ਘੰਟੇ ਦੇ ਵਿੱਚ। ਰਾਤ ਲੱਗਦਾ ਸੁਖਚੈਨ ਕੋਈ ਇਦਾਂ ਦੀ ਕਦੀ ਅੱਜ ਤੱਕ? ਨਾ ਜੀ ਕੋਈ ਵੀ ਨਹੀਂ ਜਾਇ ਸਾਨੂੰ ਨੇ ਅੱਜ ਤੱਕ ਗਾਲ ਵੀ ਨਹੀਂ ਕੱਢੀ ਜੀ। ਹੋਰ ਕੋਈ ਸਿਰ ਚੜ ਕੇ ਕੋਈ ਚੀਜ਼ ਵੀ। ਬਸ ਸ਼ਾਰਟਲੀ ਮੈਂ ਤੁਹਾਨੂੰ ਦਿਖਾਉਣਾ ਘਰ ਦੇ ਹਾਲਾਤ ਦੇਖੋ। ਡਾਕਟਰ ਸਾਹਿਬ ਤੁਸੀਂ ਆਓ ਅੰਦਰ ਜਰਾ ਨਾਲ 1 ਮਿੰਟ। ਤੁਸੀਂ ਭੈਣ ਜੀ ਆਓ ਜਰਾ। ਆ ਜਾਓ ਤੁਸੀਂ, ਭਰਾ ਉਹਦਾ ਇੱਕ ਆਓ। ਬੇਟਾ ਘਰ ਦਾ ਹਾਲਾਤ ਦਿਖਾ ਇੱਥੋਂ ਚੰਗੀ ਤਰ੍ਹਾਂ। ਤੂੰ ਦਿਖਾ ਨਾ ਮੈਨੂੰ, ਘੱਟ ਦਿਖਾ ਇਹਨਾਂ ਦੇ ਘਰ ਦੇ ਹਾਲਾਤ। ਅੰਦਰ ਆ ਜਾ ਨਾ, ਅੰਦਰ ਆਏਗਾ ਤੇ ਘਰ ਦੇ ਹਾਲਾਤ। ਆ ਘਰ ਦੇਖ ਲਓ ਪਹਿਲਾਂ ਤਾਂ। ਲੱਗਦਾ ਤੁਹਾਨੂੰ ਕਿ ਦੇਸ਼ ਹਿੰਦੁਸਤਾਨ ਦੀ ਏਕਤਾ ਤੇ ਅਖੰਡਤਾ ਨੂੰ ਤੋੜਨ ਵਾਲਾ ਲੱਗਦਾ? ਸੱਜੇ ਪਾਸੇ ਪਸ਼ੂ ਨੇ ਜੀ। ਅੰਦਰ ਹੀ ਇੱਕ ਛੋਟੇ ਜਿਹੇ ਘਰ, ਕਿੰਨਾ ਥਾਂ ਹੋਊਗਾ ਜੀ? ਮਰਲਾ ਹੋਊਗਾ? 3 ਮਰਲਿਆਂ ਵਿੱਚ 4 ਭਰਾ ਰਹਿੰਦੇ ਨੇ। ਅੱਜ ਤੇ ਦਿਖਾਈ ਬੇਟੇ 1 ਮਿੰਟ। ਆ ਬਾਥਰੂਮ ਦੇਖ ਲਓ। ਲੱਗਦਾ ਤੁਹਾਨੂੰ ਕਿ ਇਹ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ ਨੇ ਜਾਂ ਇਹ ਕੋਈ ਬਹੁਤ ਡੇਂਜਰਸ ਟੈਰਰਿਸਟ ਨੇ? ਅੱਗੇ ਦੇਖ ਲਓ ਘਰ ਦੇ ਹਾਲਾਤ। ਅੱਗੇ ਚੱਲੀ ਚਲੋ, ਅੱਗੇ ਚੱਲੀ ਚਲੋ। ਆ ਘਰ ਦੇਖ ਲਓ ਤੁਸੀਂ। ਸੁਖਚੈਨ ਸਿੰਘ ਦਲਿਤ ਸਿੱਖ ਨੌਜਵਾਨ ਜਿਹਨੂੰ ਚੱਕ ਕੇ ਤੇ ਯੂਆਪਾ ਵਰਗੇ ਖਤਰਨਾਕ ਕਾਨੂੰਨ ਦੇ ਚਾਹ ਹਨੇਰਾ ਬਿਲਕੁਲ ਅੰਦਰ ਰਸੋਈ ਦੇ ਵਿੱਚ ਲਗਾਇਆ ਜੀ। ਆ ਲਓ ਕੱਚੇ ਨੇ ਸਭ ਕੁਝ, ਫਰਸ਼ ਉੱਪਰ ਬਾਲੇ ਨੇ। ਛੱਤ ਦਿਖਾਈ ਬੇਟੇ। ਆ ਬਾਲਿਆਂ ਵਾਲੀ ਛੱਤ ਹੈ ਉੱਤੇ। ਇਧਰ ਲਾਸਟ ਕਮਰੇ ਦਿਖਾ ਦੇ 2। ਆ ਦੇਖ ਲਓ ਇਹਨੂੰ। ਸ਼ਾਇਦ ਪੱਠੇ ਕੁੱਤਰਨ ਵਾਲੀ ਮਸ਼ੀਨ ਵੀ ਅੰਦਰ ਹੈ, ਵਿੱਚ ਨਾਲ ਸਿਲੰਡਰ ਪਿਆ ਹੋਇਆ ਇੱਥੇ ਮੌਕੇ ਤੇ ਦੇਖ ਲਓ ਤੁਸੀਂ ਸਾਰਾ। ਉਹ ਪਿੱਛੇ ਕੋਈ ਛੋਟਾ ਜਿਹਾ ਕਮਰਾ ਵਾ। ਇਸ ਤੋਂ ਬਾਅਦ ਲਵਪ੍ਰੀਤ ਸਿੰਘ ਜੋ ਕਿ ਦਿੱਲੀ ਦੇ ਸ਼ਾਹੀਨ ਬਾਗ ਦੇ ਵਿੱਚ ਲੰਗਰ ਦੀ ਸੇਵਾ ਦੇ ਲਈ ਪਹੁੰਚਿਆ ਸੀ, ਉਸ ਤੇ ਵੀ ਦਿੱਲੀ ਪੁਲਿਸ ਵੱਲੋਂ UAPA ਲਗਾ ਕੇ ਗ੍ਰਿਫਤਾਰ ਕਰ ਲਿੱਤਾ ਗਿਆ। ਲਵਪ੍ਰੀਤ ਸਿੰਘ ਪਿੰਡ ਸਮਾਣਾ ਦੇ ਵਿੱਚ ਇੱਕ CCTV ਦੀ ਦੁਕਾਨ ਤੇ ਕੰਮ ਕਰਨ ਵਾਲਾ ਇੱਕ ਆਮ ਜਿਹਾ ਮੁੰਡਾ ਸੀ। ਦਿੱਲੀ ਪੁਲਿਸ ਦਾ ਕਹਿਣਾ ਸੀ ਕਿ ਲਵਪ੍ਰੀਤ ਦੇ ਕੋਲੋਂ ਇੱਕ ਪਿਸਤੌਲ ਤੇ ਕਾਰਤੂਸ ਬਰਾਮਦ ਹੋਏ ਹਨ। ਖੈਰ ਅਸੀਂ ਫੈਸਲਾ ਕੀਤਾ ਕਿ ਕਿਉਂ ਨਾ ਇਹਨਾਂ ਸਿੱਖ ਨੌਜਵਾਨਾਂ ਦੇ ਘਰਾਂ ਦੇ ਉਹ ਹਾਲਾਤ ਤੁਹਾਡੀਆਂ ਨਜ਼ਰਾਂ ਦੇ ਵਿੱਚ ਉਤਾਰ ਦਈਏ। ਕਿਉਂ ਨਾ ਤੁਸੀਂ ਵੀ ਸੋਚਣ ਤੇ ਮਜਬੂਰ ਹੋ ਜਾਓ ਕਿ ਕੀ ਵਾਜਬ ਹੈ ਕਿਸੇ ਮਾਮੂਲੀ ਜਿਹੇ ਇਨਸਾਨ ਨੂੰ UAPA ਤਹਿਤ ਜੇਲ੍ਹ ਦੇ ਹਨੇਰਿਆਂ 'ਚ ਕੈਦ ਕਰਨਾ। ਇਸ ਕਰਕੇ ਰੋਜ਼ਾਨਾ ਸਪੋਕਸਮੈਨ ਦੀ ਟੀਮ ਨੇ ਰੁਕ ਕੇ ਤਾਂ ਮਾਨਸਾ ਦਾ ਇੱਥੇ ਗੁਰਤੇਜ ਸਿੰਘ ਦੇ 3 ਨਿੱਕੇ ਜਵਾਕ ਤੇ ਬਿਸਤਰ ਤੇ ਬਿਮਾਰ ਪਈ ਉਹਨਾਂ ਦੀ ਪਤਨੀ ਹਰ ਦਿਨ ਤੇ ਹਰ ਰਾਤ ਇਸ ਸਵਾਲ ਦੇ ਨਾਲ ਕੱਟ ਦਿੰਦੇ ਹਨ ਕਿ ਗੁਰਤੇਜ ਸਿੰਘ ਨੂੰ ਪੁਲਿਸ ਵਾਲਿਆਂ ਨੇ UAPA ਲਗਾ ਕੇ ਕਿਉਂ ਗ੍ਰਿਫਤਾਰ ਕੀਤਾ। ਫਿਰ ਚੱਲਾਂਗੇ ਬੁਢਲਾਡਾ ਦੇ ਨੇੜੇ ਪੈਂਦੇ ਪਿੰਡ ਚਾਨਖ, ਜਿੱਥੇ ਅੰਮ੍ਰਿਤਪਾਲ ਦੀ ਮਾਂ ਦੀਆਂ ਅੱਖਾਂ 'ਚੋਂ ਹੜ ਵਗਦਾ ਹੈ। ਅੰਮ੍ਰਿਤਪਾਲ ਦੀ ਮਾਂ ਇਨਸਾਫ ਦੀ ਮੰਗ ਕਰਦੀ ਨਹੀਂ ਥੱਕਦੀ। ਅੰਮ੍ਰਿਤਪਾਲ ਦੀ ਪਤਨੀ ਦੇ ਹੱਥਾਂ 'ਚੋਂ ਲਾਲ ਚੂੜਾ ਵੀ ਨਹੀਂ ਉਤਰਿਆ ਸੀ ਕਿ ਨਸੀਬਾਂ ਦੇ ਵਿੱਚ ਇਹ ਕਾਲੇ ਦਿਨ ਵੀ ਉਹਨਾਂ ਨੇ ਦੇਖਣੇ ਸੀ। ਪਰ ਉਸ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਇਹ UAPA ਸ਼ੈ ਕੀ ਹੈ ਤੇ ਕਿਉਂ ਇਸ UAPA ਤੇ ਗੱਲ ਕਰਨਾ ਜ਼ਰੂਰੀ ਹੈ।
1967 ਦੇ ਵਿੱਚ ਬਣਿਆ ਇਹ ਕਾਨੂੰਨ ਅੱਤਵਾਦ ਤੇ ਅੱਤਵਾਦੀਆਂ ਦੀ ਰੀੜ ਤੋੜਨ ਦੇ ਲਈ ਤਿਆਰ ਕੀਤਾ ਗਿਆ ਸੀ, ਲੇਕਿਨ ਵਕਤ ਦੇ ਬਦਲਣ ਦੇ ਨਾਲ ਇਸ ਦੇ ਵਿੱਚ ਕਈ ਚੀਜ਼ਾਂ ਤੇ ਬਦਲਾਵ ਕੀਤਾ ਗਿਆ। ਜਿੱਥੇ ਸੰਵਿਧਾਨ ਦੇ ਵਿੱਚ ਹਰ ਆਦਮੀ ਨੂੰ ਆਰਟੀਕਲ 19(1) ਦੇ ਤਹਿਤ ਬੋਲਣ ਦੀ ਆਜ਼ਾਦੀ, ਸ਼ਾਂਤੀ ਦੇ ਨਾਲ ਧਰਨਾ ਦੇਣ ਦੀ ਆਜ਼ਾਦੀ, ਭਾਰਤ ਦੇ ਵਿੱਚ ਆਜ਼ਾਦੀ ਦੇ ਨਾਲ ਘੁੰਮਣ ਫਿਰਨ ਦੀ ਆਜ਼ਾਦੀ ਹੁੰਦੀ ਹੈ, ਲੇਕਿਨ UAPA ਦੇ ਤਹਿਤ ਇਹਨਾਂ ਸਾਰੇ ਹੱਕਾਂ ਦੇ ਉੱਤੇ ਰੋਕ ਲਗਾਉਣ ਨੂੰ ਜਾਇਜ਼ ਠਹਿਰਾਇਆ ਗਿਆ। ਸਾਲਾਂ ਤੋਂ ਤਾੜਾ ਤੇ ਪੋਟਾ ਦਾ ਇਸਤੇਮਾਲ ਹੁੰਦਾ ਆ ਰਿਹਾ ਸੀ, ਲੇਕਿਨ ਕਾਨੂੰਨੀ ਤੌਰ ਤੇ ਉਹਨਾਂ ਕਾਨੂੰਨਾਂ ਦਾ ਵੀ ਨਾਜਾਇਜ਼ ਫਾਇਦਾ ਚੁੱਕਿਆ ਜਾ ਰਿਹਾ ਸੀ, ਜਿਸ ਦੇ ਕਰਕੇ ਮੁਸੀਬਤਾਂ ਵੀ ਵਧਣੀਆਂ ਸ਼ੁਰੂ ਹੋ ਗਈਆਂ, ਜਿਸ ਕਰਕੇ UAPA ਵਰਗਾ ਕਾਨੂੰਨ ਵਰਤੋਂ ਦੇ ਵਿੱਚ ਲਿਆਂਦਾ ਗਿਆ। ਲੇਕਿਨ 2004 ਤੋਂ UAPA ਦੇ ਵਿੱਚ ਕਈ ਤਰ੍ਹਾਂ ਦੇ ਬਦਲਾਅ ਕੀਤੇ ਗਏ ਤਾਂ ਕਿ ਇਹ ਕਾਨੂੰਨ ਨੂੰ ਵੱਧ ਤੋਂ ਵੱਧ ਸਖਤ ਬਣਾਇਆ ਜਾਵੇ। ਹੁਣ ਸਵਾਲ ਹੈ ਕਿ 2004 ਦੇ ਵਿੱਚ UAPA ਦੇ ਵਿੱਚ ਸੰਸ਼ੋਧਨ ਹੋਣ ਤੋਂ ਬਾਅਦ ਜੁਰਮ ਕਿਸ ਨੂੰ ਮੰਨਿਆ ਜਾਣ ਲੱਗਾ? ਕਿਸੇ ਵੀ ਤਰ੍ਹਾਂ ਦੀ ਅੱਤਵਾਦੀ ਗਤੀਵਿਧੀਆਂ ਦੇ ਵਿੱਚ ਸ਼ਰੀਕ ਹੋਣਾ, ਕਿਸੇ ਵੀ ਅੱਤਵਾਦੀ ਸੰਗਠਨ ਦਾ ਮੈਂਬਰ ਹੋਣਾ, ਕਿਸੇ ਵੀ ਅੱਤਵਾਦੀ ਸੰਗਠਨ ਦੇ ਲਈ ਪੈਸੇ ਦੀ ਫੰਡਿੰਗ ਕਰਨਾ ਜਾਂ ਉਸ ਸੰਗਠਨ ਦੇ ਲਈ ਲੋਕਾਂ ਦੀ ਨਿਯੁਕਤੀ ਕਰਨਾ। UAPA ਦੇ ਸੈਕਸ਼ਨ 15 ਦੇ ਤਹਿਤ ਕੋਈ ਵੀ ਹਿੰਸਕ ਤਰੀਕਾ ਇਖਤਿਆਰ ਕਰਨਾ ਜਿਸ ਨਾਲ ਦੇਸ਼ ਦੀ ਸੁਰੱਖਿਆ ਤੇ ਗਲਤ ਪ੍ਰਭਾਵ ਪੈਂਦਾ ਹੋਵੇ। UAPA ਦੇ ਸੈਕਸ਼ਨ 43D(2) ਦੇ ਤਹਿਤ ਆਰੋਪੀ ਵਿਅਕਤੀ ਨੂੰ 30 ਦਿਨਾਂ ਦੇ ਲਈ ਪੁਲਿਸ ਰਿਮਾਂਡ ਤੇ ਲਿੱਤਾ ਜਾ ਸਕਦਾ ਹੈ ਤੇ 90 ਦਿਨਾਂ ਤੱਕ ਜੁਡੀਸ਼ੀਅਲ ਰਿਮਾਂਡ ਤੇ ਰੱਖਿਆ ਜਾ ਸਕਦਾ ਹੈ। UAPA ਦੇ ਸੈਕਸ਼ਨ 43D(5) ਦੇ ਤਹਿਤ ਆਰੋਪੀ ਨੂੰ ਐਂਟੀਸਿਪੇਟਰੀ ਜ਼ਮਾਨਤ ਵੀ ਨਹੀਂ ਮਿਲ ਸਕਦੀ। ਲੇਕਿਨ 24 ਜੂਨ 2019 ਨੂੰ ਇੱਕ ਕੈਬਨਿਟ ਮੀਟਿੰਗ ਬੁਲਾਈ ਗਈ, ਜਿਸ ਤੋਂ ਬਾਅਦ 8 ਜੁਲਾਈ 2019 ਨੂੰ ਦੁਬਾਰਾ ਇਸ ਬਿੱਲ ਦੇ ਵਿੱਚ ਸੰਸ਼ੋਧਨ ਕੀਤੇ ਗਏ। ਜਿਹੜਾ ਮੁੱਖ ਸੰਸ਼ੋਧਨ ਕੀਤਾ ਗਿਆ ਉਹ ਇਹ ਸੀ ਕਿ ਪਹਿਲਾਂ ਸੰਗਠਨ ਨੂੰ ਅੱਤਵਾਦੀ ਘੋਸ਼ਿਤ ਕੀਤਾ ਜਾਂਦਾ ਸੀ ਤੇ ਪੂਰੀ ਜਾਂਚ ਹੋਣ ਤੋਂ ਬਾਅਦ ਕਿਸੇ ਵਿਅਕਤੀ ਨੂੰ ਅੱਤਵਾਦੀ ਕਿਹਾ ਜਾਂਦਾ ਸੀ, ਲੇਕਿਨ ਇਸ ਸੰਸ਼ੋਧਨ ਤੋਂ ਬਾਅਦ ਜਿਸ ਤੇ ਵੀ UAPA ਦੀ ਧਾਰਾ ਲਗਾਈ ਜਾਵੇਗੀ ਉਸ ਨੂੰ ਸਿੱਧੇ ਤੌਰ ਤੇ ਅੱਤਵਾਦੀ ਕਿਹਾ ਜਾਵੇਗਾ। ਤੁਸੀਂ ਵੀ ਸੁਣੋ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਸ ਵੇਲੇ ਕੀ ਕਿਹਾ ਸੀ। UAPA में व्यक्ति विशेष को कब आतंकवादी घोषित किया जाएगा इसका प्रावधान है। आतंकवादी कार्य करता है या उसमें भाग लेता है, अब इसमें दो राय हो सकती है क्या? कोई व्यक्ति आतंकवादी कार्य करेगा या भाग लेगा तो उसको आतंकवादी घोषित करना चाहिए या नहीं करना चाहिए? मान्यवर उसके लिए आतंकवाद को पोषण देने के लिए, तैयारी करने के लिए जो मदद करता है, अब उसको भी आतंकवादी घोषित करना चाहिए। आतंकवाद को अभिवृद्धि देने के लिए धन मुहैया कराता है तो मैं मानता हूं उसको भी आतंकवादी घोषित करना चाहिए। और आतंकवाद के साहित्य को और आतंकवाद की थियरी को युवाओं के जहन में उतारने के लिए जो प्रयास करता है, मान्यवर मैं मानता हूं आतंकवाद बंदूक से पैदा नहीं होता। ਇਸ ਤੋਂ ਬਾਅਦ ਇਹ ਬਿੱਲ ਲੋਕ ਸਭਾ ਦੇ ਵਿੱਚ ਪਾਸ ਕੀਤਾ ਗਿਆ ਤੇ ਬਾਅਦ ਵਿੱਚ ਰਾਜ ਸਭਾ ਤੋਂ ਪਾਸ ਹੋਣ ਤੋਂ ਬਾਅਦ ਰਾਸ਼ਟਰਪਤੀ ਦੇ ਦਸਤਖਤ ਹੋਏ ਤੇ ਇਹ ਕਾਨੂੰਨ ਬਣਾ ਦਿੱਤਾ ਗਿਆ। ਖੈਰ, ਇਸ ਸਫ਼ਰ ਦੇ ਵਿੱਚ ਪੀੜਾਂ ਦੇ ਨਾਲ ਵੀ ਮੁਲਾਕਾਤ ਹੋ ਸਕਦੀ ਹੈ। ਇਹ ਸਫ਼ਰ ਸਿਰਫ ਪੀੜ ਤੇ ਹੀ ਖਤਮ ਨਹੀਂ ਹੋਵੇਗਾ, ਬਲਕਿ ਤੁਹਾਡੀ ਰੂਹ ਸਵਾਲ ਕਰਨ ਤੇ ਮਜਬੂਰ ਕਰ ਦੇਵੇਗਾ ਕਿ ਕੀ ਸਰਕਾਰ ਦਾ ਇਹ ਰਵੱਈਆ ਇੱਕ ਵਾਰ ਵੀ ਇਹ ਨਹੀਂ ਸੋਚਦਾ ਕਿ ਪਰਿਵਾਰ ਤੇ ਕੀ ਗੁਜ਼ਰਦੀ ਹੈ। ਇਸ ਦਰਵਾਜ਼ੇ ਤੋਂ ਅੰਦਰ ਜਾਣ ਤੋਂ ਪਹਿਲਾਂ ਮਨ ਦੇ ਵਿੱਚ ਝਿਜਕ ਵੀ ਸੀ ਕਿ ਇਹਨਾਂ ਹਾਲਾਤਾਂ ਦੇ ਮਾਰਿਆਂ ਤੋਂ ਸਵਾਲ ਕੀ ਕਰਾਂਗਾ, ਕਿ ਇਹਨਾਂ ਦੇ ਕੋਲ ਜਵਾਬ ਵੀ ਹੋਣਗੇ ਤੇ ਜਾਂ ਫਿਰ ਬਸ ਇਹਨਾਂ ਦੀ ਦੁਖਦੀ ਨਵਸ ਤੇ ਸਵਾਲ ਪੀੜ ਦਾ ਹੀ ਕੰਮ ਕਰਨਗੇ। ਦੀਵਾਰਾਂ ਤੇ ਘਰ ਦੇ ਅੰਦਰ ਦਾ ਮਾਹੌਲ ਸਿਰਫ ਖਾਮੋਸ਼ੀ ਦੇ ਨਾਲ ਭਰਿਆ ਪਿਆ ਸੀ। ਚਿਹਰਿਆਂ ਤੇ ਉੱਪਰਦੀਆਂ ਪਰੇਸ਼ਾਨੀ ਦੀਆਂ ਲੀਖਾਂ ਸਿਰਫ ਮਜਬੂਰੀ ਦੀ ਦਾਸਤਾਨ ਨੂੰ ਬਿਆਨ ਕਰਦੀਆਂ ਸੀ। ਗੁਰਤੇਜ ਸਿੰਘ ਦੇ 3 ਬੱਚੇ, ਜਿਨ੍ਹਾਂ 'ਚੋਂ 2 ਮੁੰਡੇ ਤੇ ਇੱਕ ਛੋਟੀ ਜਿਹੀ ਬੱਚੀ, ਜਿਸ ਦਾ ਘਬਰਾਇਆ ਜਿਹਾ ਮੁਖ ਵੇਖ ਕੇ ਰੱਬ ਦੀਆਂ ਅੱਖਾਂ ਵੀ ਗਿੱਲੀਆਂ ਹੋ ਜਾਣ। ਅਸੀਂ ਉਸ ਗੁਰਤੇਜ ਸਿੰਘ ਦੇ ਪਰਿਵਾਰ ਨਾਲ ਮਿਲਣ ਜਾ ਰਹੇ ਸੀ। ਬਿਸਤਰ ਤੇ ਬਿਮਾਰ ਪਈ ਗੁਰਤੇਜ ਦੀ ਪਤਨੀ, ਜਿਸ ਦੇ ਮੋਢਿਆਂ ਤੇ ਇੱਕ ਜ਼ਿੰਮੇਵਾਰੀ ਕਿ ਇੱਕ ਪਾਸੇ ਬੱਚਿਆਂ ਦਾ ਖਿਆਲ ਰੱਖਣਾ ਤੇ ਦੂਜੇ ਪਾਸੇ ਸਮਾਜ ਦੀਆਂ ਨਜ਼ਰਾਂ ਤੋਂ ਖੁਦ ਨੂੰ ਤੇ ਬੱਚਿਆਂ ਨੂੰ ਮਹਿਫੂਜ਼ ਰੱਖਣਾ। ਮੈਂ ਘਰ ਦੇ ਹਾਲਾਤ ਦੀ ਗੱਲ ਕੀਤੀ ਸੀਗੀ ਤੇ ਇੱਕ ਅਲੱਗ ਸਨਾਟਾ ਹੈਗਾ, ਇੱਕ ਅਲੱਗ ਖਾਮੋਸ਼ੀ ਹੈਗੀ ਹੈ। ਇਹ ਖਾਮੋਸ਼ੀ ਕਿਉਂ ਹੈ? ਖਾਮੋਸ਼ੀ ਦੇ ਪਿੱਛੇ ਦੀ ਵਜ੍ਹਾ ਇਹ ਹੈ ਕਿ ਘਰ ਦਾ ਜਿਹੜਾ ਸ਼ਖਸ ਸੀਗਾ ਉਹਨੂੰ ਪੁਲਿਸ ਨੇ ਚੁੱਕ ਲਿੱਤਾ, ਪੁਲਿਸ ਦੀ ਹਿਰਾਸਤ ਦੇ ਵਿੱਚ ਗ੍ਰਿਫਤਾਰੀ ਹੋ ਚੁੱਕੀ ਹੋਈ ਹੈ, UAPA ਲਗਾ ਦਿੱਤਾ ਗਿਆ। ਇਹਨਾਂ ਦੀ ਪਤਨੀ ਜਿਹੜੇ ਹੈਗੇ ਨੇ ਬਿਮਾਰ ਚੱਲਦੇ ਪਏ ਨੇ, ਆਪਰੇਸ਼ਨ ਹੋਇਆ। ਜਾਣਨ ਦੀ ਕੋਸ਼ਿਸ਼ ਕੀਤੀ, ਪੁੱਛਿਆ ਤਾਂ ਕਹਿੰਦੇ ਨੇ ਕਿ ਹਸਪਤਾਲ ਦੇ ਵਿੱਚੋਂ ਹੀ ਗੁਰਤੇਜ ਸਿੰਘ ਹੋਰਾਂ ਨੂੰ ਪੁਲਿਸ ਨੇ ਚੁੱਕ ਲਿੱਤਾ ਸੀ। ਭੈਣ ਜੀ, ਇੱਕ ਗੱਲ ਦੱਸੋ, ਕਦੇ ਜਿਸ ਤਰ੍ਹਾਂ ਇਹਨਾਂ ਨੂੰ ਲੈ ਕੇ ਗਏ ਹੈਗੇ ਨੇ UAPA ਦੇ ਤਹਿਤ ਇਹ ਕਿਹਾ ਜਾਂਦਾ ਹੈ ਕਿ ਜਿਨ੍ਹਾਂ ਦਾ ਸੰਬੰਧ ਅੱਤਵਾਦੀਆਂ ਗਤੀਵਿਧੀਆਂ 'ਚ ਹੁੰਦਾ ਜਾਂ ਉਹਨਾਂ ਦੇ ਨਾਲ ਕੋਈ ਮੇਲ ਮਿਲਾਪ ਹੁੰਦਾ ਤਾਂ ਉਹਨਾਂ ਲੋਕਾਂ ਨੂੰ ਚੁੱਕਿਆ ਜਾਂਦਾ। ਕਿਸ ਤਰ੍ਹਾਂ ਦੇ ਪਤੀ ਹੈ ਤੁਹਾਡੇ? ਕੀ ਉਹਨਾਂ ਦੀ ਵਿਚਾਰਧਾਰਾ ਕੀ ਸੀਗੀ?
ਨਾ ਜੀ ਇਹੋ ਜਿਹੀ ਕੋਈ ਗੱਲ ਨਹੀਂ ਸੀ, ਘਰੋਂ ਬਾਹਰ ਤਾਂ ਜਾਂਦੀ ਨਹੀਂ ਸੀ ਉਹ, ਹਰ ਟਾਈਮ ਘਰੇ ਰਹਿੰਦੇ। ਸਾਡੇ ਬਾਪੂ ਜੀ ਵੀ ਬਿਮਾਰ ਹੀ ਨੇ, ਬੈੱਡ 'ਤੇ ਨੇ, ਘਰੋਂ ਬਾਹਰ ਕਦੇ ਜਾਂਦੀ ਨਹੀਂ ਸੀ। ਗੁਰੂ ਘਰ ਜਾਂਦੇ ਸੀ, ਬਸ ਘਰੇ ਹੀ ਰਹਿੰਦੇ ਸੀ। ਮੈਂ ਆਪ ਲੋਰਾਂ ਦਾ ਕੰਮ ਕਰਦੀ ਸੀ, ਉਹ ਕਰਦੇ ਸੀ, ਬਸ ਘਰੇ ਰਹਿੰਦੇ ਸੀ। ਇਹੋ ਜਿਹੀ ਕੋਈ ਗੱਲ ਹੀ ਨਹੀਂ ਸੀ ਵੀ ਆਹ ਜਿਹੜਾ ਸਾਡੇ 'ਤੇ ਪਾਤਾ ਉਹਨਾਂ ਨੇ। ਮੇਰਾ ਆਪਰੇਸ਼ਨ ਹੋਇਆ ਸੀ, ਉੱਥੋਂ ਲੈ ਗਏ ਸਾਨੂੰ, ਤਾਂ ਉਹਨਾਂ ਨੇ ਪੈਸੇ ਵੀ ਨਹੀਂ ਤੱਕ ਵੀ ਨਹੀਂ ਫੜਾਉਣ ਦਿੱਤੇ ਦਵਾਈ ਵਾਸਤੇ। ਨਾ ਸਾਡੇ ਨਾਲ ਕੋਈ ਗੱਲ ਕਰੀ, ਨਾ ਸਾਨੂੰ ਦੱਸਿਆ ਕਿੱਥੇ ਲੈ ਕੇ ਜਾਂਦੇ, ਕਿੱਥੇ ਨਾ। ਕਦੀ ਗੁਰਤੇਜ ਸਿੰਘ ਹੋਰਾਂ ਨੇ ਤੁਹਾਡੇ ਨਾਲ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਿ ਮੇਰੀ ਬਾਹਰ ਕਿਸੇ ਬੰਦੇ ਦੇ ਨਾਲ ਗੱਲ ਹੁੰਦੀ ਹੈ, ਜਾਂ ਕੋਈ ਖਾਲਿਸਤਾਨ ਨੂੰ ਲੈ ਕੇ ਕੋਈ ਗੱਲਬਾਤ ਹੁੰਦੀ ਹੈ, ਜਾਂ ਉਹਨਾਂ ਨੇ ਕਿਹਾ ਕਿ ਮੈਨੂੰ ਪੁਲਿਸ ਵਾਲਿਆਂ ਤੋਂ ਕੋਈ ਖਤਰਾ ਹੈਗਾ, ਜਾਂ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਸੀ? ਨਾ ਜੀ ਕੋਈ ਗੱਲ ਨਹੀਂ ਕਰਦੇ ਸੀ ਇਹ ਜੀ ਮੇਰੇ ਨਾਲ, ਨਾ ਹੀ ਬਾਹਰ ਹੀ ਨਹੀਂ ਸੀ ਜਾਂਦੇ, ਕੋਈ ਗੱਲ ਕਰਦੇ ਹੀ ਨਹੀਂ ਸੀ। ਪਹਿਲਾਂ ਸਾਡੇ ਕੋਲ ਛੋਟਾ ਹਾਥੀ ਸੀ, ਬਾਹਰ ਲੈ ਜਾਂਦੇ, ਉਹ ਵੀ ਘਰੇ ਰਖੜਾ ਲਿਆ ਸੀ ਵੀ ਬਾਪੂ ਜੀ ਬਿਮਾਰ ਹੈ, ਰਾਤ ਬਰਾਤੇ ਲੋੜ ਪੈ ਜਾਂਦੀ, ਕਿਹਨੂੰ ਸੱਦੀਏ, ਬੱਚੇ ਨਿਆਣੇ ਆ। ਇਹੋ ਜਿਹੀ ਕੋਈ ਗੱਲ ਹੀ ਨਹੀਂ ਸੀ ਜਿਹੜੇ ਹੱਥ ਥੋਪਤਾ ਉਹਨਾਂ 'ਤੇ। ਤੁਹਾਡੀ ਵੀ ਤਬੀਅਤ ਖਰਾਬ ਹੈ ਅਤੇ ਤੁਹਾਡੇ ਘਰ ਦੇ ਹਾਲਾਤ ਵੀ ਜਿਹੜੇ ਹੈਗੇ ਨੇ ਨਾਜ਼ੁਕ ਨਜ਼ਰ ਆਉਂਦੇ ਨੇ, ਪਰ ਗੁਰਤੇਜ ਸਿੰਘ ਹੋਰੀ ਕਿਉਂ ਹੱਥੇ ਚੜ੍ਹ ਗਏ ਪੁਲਿਸ ਦੇ? UAPA ਲਗਾ ਕਿਉਂ ਦਿੱਤਾ? ਤੁਹਾਨੂੰ ਕੀ ਵਜ੍ਹਾ ਨਜ਼ਰ ਆਉਂਦੀ ਹੈ ਪਿੱਛੇ? ਸਾਨੂੰ ਤਾਂ ਬਸ ਵੀ ਸਿੱਖ ਹੋਣ ਦਾ ਹੀ ਉਹ ਹੈ, ਵੀ ਸਿੱਖ ਹੋਣ ਕਰਕੇ ਉਹਨਾਂ ਨੂੰ ਚੱਕਿਆ ਗਿਆ, ਹੋਰ ਤਾਂ ਕੋਈ ਇਹੋ ਜਿਹੀ ਗੱਲ ਹੀ ਨਹੀਂ ਸੀ। ਜੇ ਇਹੋ ਜਿਹੀ ਕੋਈ ਗੱਲ ਹੁੰਦੀ, ਘਰ ਦੇ ਹਾਲਾਤਾਂ ਤੋਂ ਹੀ ਪਤਾ ਲੱਗ ਜਾਂਦਾ ਜੀ। ਪਲੰਬਰ ਦਾ ਕੰਮ ਕਰਦੇ ਸੀਗੇ, ਮਿਹਨਤ ਮਜ਼ਦੂਰੀ ਕਰਦੇ ਸੀਗੇ, ਲੇਕਿਨ ਇਹ ਜਿਹੜੀ ਧਾਰਾ ਹੈਗੀ ਹੈ ਇਹ ਉਹਨਾਂ ਲੋਕਾਂ 'ਤੇ ਲਗਾਈ ਜਾਂਦੀ ਹੈ ਜਿਨ੍ਹਾਂ ਦਾ ਸੰਬੰਧ ਕਿੰਨਾ ਅੱਤਵਾਦੀ ਗਤੀਵਿਧੀਆਂ 'ਚ ਹੋਏ। ਜਿਵੇਂ ਮੈਂ ਪਹਿਲੇ ਕੀ ਦੱਸਿਆ, ਤੁਸੀਂ ਕਹਿੰਦੇ ਹੈਗੇ ਹੋ ਕਿ ਉਹ ਘਰੋਂ ਬਾਹਰ ਨਹੀਂ ਨਿਕਲਦੇ ਸੀਗੇ, ਲੇਕਿਨ ਜੇ ਇਸ ਤਰ੍ਹਾਂ ਦੇ ਉਹ ਸ਼ਖਸ ਸੀਗੇ ਤਾਂ ਫਿਰ ਪਿੱਛੇ ਦੀ ਵਜ੍ਹਾ ਕੀ ਰਹੀ ਹੋ ਸਕਦੀ ਹੈ? ਪੁਲਿਸ ਦੀ ਸੋਚ ਕੀ ਹੋ ਸਕਦੀ ਹੈ? ਕਿਉਂ ਲਗਾਇਆ ਗਿਆ? ਤੁਸੀਂ ਕੀ ਮੰਨਦੇ ਹੋ? ਜਾਂ ਆਪਸ ਦੇ ਵਿੱਚ ਤੁਸੀਂ ਘਰ ਵਾਲੇ ਬੈਠ ਕੇ ਗੱਲਬਾਤ ਕਰਦੇ ਹੋ, ਅਤੇ ਕੀ ਲੱਗਦਾ? ਗੱਲ ਕਰਨ ਵਾਲਾ ਸਾਡੇ ਕੋਈ ਹੈ ਹੀ ਨਹੀਂ। ਬੱਚੇ ਜੀ ਇਹ ਰੋਣ ਲੱਗ ਜਾਂਦੇ ਆ, ਮੈਂ ਬਿਮਾਰ ਪਈ ਹਾਂ, ਹੁਣ ਕੀ ਹੋ ਕਹਿ ਸਕਦੇ, ਕੀ ਕਰਿਆ ਉਹਨਾਂ ਨੇ, ਕੀ ਸਾਡੇ ਕਿਉਂ ਇਸ ਤਰ੍ਹਾਂ ਕੀਤਾ ਹੈਗਾ? ਅੰਮ੍ਰਿਤਧਾਰੀ ਹੋਣ ਕਰਕੇ ਕੀਤਾ ਹੋ ਸਕਦਾ, ਜਿਵੇਂ ਹੁਣ ਹੋਰ ਚੱਕੇ ਨੇ ਕਹਿੰਦੇ ਉਹ ਵੀ ਅੰਮ੍ਰਿਤਧਾਰੀ ਸੀ, ਇਹ ਵੀ ਅੰਮ੍ਰਿਤਧਾਰੀ ਹੈ। ਸੁਖਪਾਲ ਸਿੰਘ ਖਹਿਰਾ ਹੋਰੀ ਵੀ ਤੁਹਾਡੇ ਕੋਲ ਆਏ ਸੀਗੇ, ਕੀ ਗੱਲਬਾਤ ਹੋਈ ਉਹਨਾਂ ਦੇ ਨਾਲ? ਕੋਈ ਯਕੀਨ ਦਿਵਾ ਕੇ ਗਏ ਤੁਹਾਨੂੰ? ਹਾਂਜੀ, ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡੀ ਪੂਰੀ ਮਦਦ ਕਰਾਂਗੇ, ਸਟਾਉਣ ਦੀ ਕੋਸ਼ਿਸ਼ ਕਰਾਂਗੇ, ਤੁਹਾਡੀ ਆਵਾਜ਼ ਪਹੁੰਚਾਵਾਂਗੇ ਕੈਪਟਨ ਸਾਹਿਬ ਤੱਕ, ਜੇ ਤੁਹਾਨੂੰ ਲੋੜ ਹੋਈ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਗੁਰਤੇਜ ਸਿੰਘ ਹੋਰਾਂ ਦੀ ਯਾਰੀ ਦੋਸਤੀ ਕਿਹੋ ਜਿਹੇ ਬੰਦਿਆਂ ਦੇ ਨਾਲ ਸੀਗੀ? ਕਦੀ ਬਾਹਰੋਂ ਕੋਈ ਫੋਨ ਕਾਲ ਆਉਂਦੀ ਸੀਗੀ ਜਾਂ? ਬਾਹਰੋਂ ਕੋਈ ਗੱਲਬਾਤ ਨਹੀਂ ਹੁੰਦੀ ਸੀ, ਕੋਈ ਕਾਲ ਨਹੀਂ ਆਉਂਦੀ ਸੀ, ਅਸੀਂ ਤਾਂ ਕਦੇ ਸੁਣੇ ਹੀ ਨਹੀਂ ਉਹਨਾਂ ਨੂੰ ਇਹ ਜੀ। ਨਾ ਹੀ ਸਾਥੋਂ ਬਾਹਰ ਜਾਂਦੇ ਸੀ ਉਹ ਘਰੋਂ, ਵੀ 2 ਦਿਨ ਬਾਹਰ ਵਗ ਗਏ ਜਾਂ 4 ਦਿਨ ਬਾਹਰ ਵਗ ਗਏ, ਘਰੇ ਹੀ ਰਹਿੰਦੇ ਸੀ ਹਮੇਸ਼ਾ। ਪਲੰਬਰ ਦਾ ਕੰਮ ਵੀ ਲੋਕਲ ਹੀ ਕਰਦੇ ਸੀ, ਕੋਈ ਬਾਹਰ ਨਹੀਂ, ਜ਼ਿਆਦਾ ਚਿਰ ਬਾਹਰ ਵੀ ਨਹੀਂ ਜਾਂਦੇ ਸੀ। ਸਾਡੇ ਡੈਡੀ ਢਿੱਲੇ ਨੇਗੇ, ਉਹਨਾਂ ਕਰਕੇ ਬਾਹਰ ਨਹੀਂ ਜਾਂਦੇ ਸੀ। ਤੁਸੀਂ ਸੀਗੇ ਜਦੋਂ ਫਾਦਰ ਸਾਹਿਬ ਨੂੰ ਲੈ ਕੇ ਗਏ ਅਤੇ ਤੁਹਾਡੇ ਸਾਹਮਣੇ ਹੀ ਪੁਲਿਸ ਵਾਲੇ ਲੈ ਕੇ ਗਏ? ਹਾਂਜੀ ਜੀ। ਅਤੇ ਤੁਹਾਡੇ ਫਾਦਰ ਸਾਹਿਬ ਉਦੋਂ ਕਹਿੰਦੇ ਨਹੀਂ ਪਏ ਸੀਗੇ ਮੇਰਾ ਗੁਨਾਹ ਦੱਸੋ, ਮੇਰੀ ਗਲਤੀ ਦੱਸੋ? ਪੁੱਛਦੇ ਨਹੀਂ ਸੀਗੇ ਪੁਲਿਸ ਵਾਲਿਆਂ ਨੂੰ ਕਿ ਲੈ ਕੇ ਕਿਉਂ ਜਾ ਰਹੇ ਹੋ? ਕਹਿੰਦੇ ਸੀ, ਉਹ ਲੈ ਗਏ ਫਿਰ ਵੀ ਧੱਕੇ ਨਾਲ। ਧੱਕਾ ਮਤਲਬ ਕਿਸ ਤਰ੍ਹਾਂ? ਬਾਹਾਂ ਮਰੋੜ ਕੇ ਲੈ ਗਏ, ਕੁਝ ਕਰਨ ਨਹੀਂ ਦਿੱਤਾ ਉਹਨਾਂ ਨੂੰ। ਤੁਸੀਂ ਫਿਰ ਉਸ ਟਾਈਮ 'ਤੇ ਕੀ ਕੀਤਾ? ਤੁਸੀਂ ਨਹੀਂ ਗੱਲਬਾਤ ਕਰਨ, ਤੁਸੀਂ ਨਹੀਂ ਕਿਹਾ ਜਾ ਕੇ ਜਿਹੜੇ ਪੁਲਿਸ ਵਾਲੇ ਸੀਗੇ ਕਿ ਕੀ ਕਰਦੇ ਪਏ ਹੋ ਜਾਂ ਰੋਕਦੇ, ਲੈ ਕੇ ਕਿਉਂ ਜਾ ਰਹੇ ਹੋ? ਨੇੜੇ ਆਉਣ ਹੀ ਨਹੀਂ ਦਿੱਤਾ ਜੀ ਉਹਨਾਂ ਨੇ ਕਿਸੇ ਨੂੰ। ਕਿੰਨੇ ਕੁ ਲੋਕ ਸੀਗੇ? 10 ਕੁ ਜਾਣੇ ਸੀ। ਜਾਂਦੇ ਹੋਏ ਡੈਡੀ ਕੁਝ ਕਹਿ ਕੇ ਗਏ ਸੀਗੇ ਕਿ ਇਹ ਗੱਲ ਹੈਗੀ ਹੈ, ਇਸ ਤਰ੍ਹਾਂ ਮੰਮੀ ਨੂੰ ਦੱਸ ਦੇਣਾ, ਜਾਂ ਕੁਝ ਇਸ ਤਰ੍ਹਾਂ ਕੋਈ ਕਹਿ ਕੇ ਗਏ ਸੀਗੇ? ਮਿਲਣ ਹੀ ਨਹੀਂ ਦਿੱਤਾ ਜੀ ਉਹਨਾਂ ਨੇ। ਧੱਕਾ ਕਰ ਰਹੇ ਸੀ, ਬਾਹਾਂ ਮਰੋੜ ਕੇ ਲੈ ਗਏ। ਇਹ ਬੋਲ ਨੇ ਇਸ ਬੱਚੇ ਦੇ ਜਿਸ ਦੇ ਪਿਤਾ ਨੂੰ ਇਸ ਦੇ ਸਾਹਮਣੇ ਤੋਂ ਹੀ ਚੁੱਕ ਲਿੱਤਾ ਗਿਆ। ਇਸ ਬੱਚੇ ਦੇ ਜ਼ਿਹਨ ਦੇ ਵਿੱਚ ਉਹ ਤਸਵੀਰਾਂ ਕਿਸ ਕਦਰ ਬੌਖਲਾਹਟ ਪੈਦਾ ਕਰਦੀਆਂ ਹੋਣਗੀਆਂ, ਉਸ ਦਾ ਹਿਸਾਬ ਕਿਸੇ ਦੇ ਕੋਲ ਨਹੀਂ। ਇੱਕ ਮਾਂ ਦੇ ਸਾਹਮਣੇ ਉਸ ਦੀ ਧੀ ਮੰਜੇ ਤੇ ਪਈ ਹੈ, ਤੇ ਮੰਜੇ ਤੇ ਪਈ ਮਾਂ ਦੇ ਸਾਹਮਣੇ ਉਸ ਦੀ 11 ਸਾਲ ਦੀ ਧੀ ਦੀ ਜ਼ਿੰਦਗੀ ਰੋਟੀ ਬਣਾਉਣ ਤੇ ਝਾੜੂ ਮਾਰਨ ਦੇ ਵਿੱਚ ਲੰਘਦੀ ਪਈ ਹੈ। ਮੇਰੀ ਧੀ ਹੈ ਜੀ, ਮੇਰੀ ਕੁੜੀ ਆ ਇਹ। ਮੈਂ ਤਾਂ ਬੈਠੀ ਆ, ਆਓ ਇਹਦਾ ਸਹੁਰਾ ਪਿਆ ਉੱਧਰ ਵਿਚਾਰਾ। ਮੈਂ ਤਾਂ ਹੁਣ ਕੁਛ ਕਰਨ ਜੋ ਕਰੇ ਜਵਾਕਾਂ ਕੋਲ ਜ਼ਰੂਰ ਹੈਗੀ ਆ ਕੁੜੀ ਰੋਟੀ ਪਕਾਉਂਦੀ ਹੈ, ਜਾਂ ਕਦੇ ਇਹਦੀ ਭੂਆ ਆ ਗਈ, ਕਦੇ ਕੋਈ ਆ ਗਈ। ਹੁਣ ਰਹਿੰਦਾ ਕੀ ਤੋਂ ਹੈ? ਬਸ ਮੈਂ ਤਾਂ ਕੁੜੀ ਕਰਕੇ ਭੇਜਤੀ ਵੀ ਤੂੰ ਕੋਲ ਹੀ ਬੈਠੀ ਰਹੀ ਉਹਦੇ।
ਗੁਰਤੇਜ ਸਿੰਘ ਹੋਰੀ ਕਿਸ ਤਰ੍ਹਾਂ ਦੇ ਬੰਦੇ ਸੀਗੇ? ਇੱਕ ਏਡੀ ਵੱਡੀ ਧਾਰਾ ਲਾ ਦੇਣੀ ਉਹਨਾਂ ਦੇ ਉੱਤੇ। ਅਸੀਂ ਤਾਂ ਜੀ ਕੋਈ ਇਹੋ ਜਿਹੀ ਗੱਲ ਕਰਦੇ ਨਹੀਂ ਜੀ, ਕੋਈ ਨਹੀਂ ਕਰਦੇ ਸੀ। ਹੁਣ ਕੀ ਪਤਾ ਕੀ ਪਾਣਾ ਹੋਇਆ। ਅਸੀਂ ਤਾਂ ਟਾਈਮ ਪਾਸ ਕਰੀ ਜਾਂਦੀ, ਵਧੀਆ ਕੰਮ ਕਰਦੀ ਸੀ। ਇਹ ਵੀ ਕਰਦੀ ਸੀ ਮਾੜਾ ਮੋਟਾ ਜੀ, ਲੋਰਾਂ ਲੂਰਾਂ ਦਾ ਕਰਦੀ ਸੀ। ਹੁਣ ਐਡਾ ਰੋਗ ਲੱਗ ਗਿਆ। ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਪਿਆ? ਹੈ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ? ਗੁਜ਼ਾਰਾ ਬਸ ਕਦੇ ਕੋਈ ਜਾਂ ਭੈਣ ਭਾਈ ਦੇ ਜਾਂਦਾ, ਕੋਈ ਰਿਸ਼ਤੇਦਾਰ, ਭੂਆ ਆ ਰਹੀ ਹੈ ਜੀ, ਕੱਪੜਾ ਲੀੜਾ ਧੋਤਾ ਹੈ, ਹੁਣ ਵਿੱਚੇ ਪਿਸ਼ਾਬ ਪਸ਼ੂਬ ਵਿੱਚੇ ਨਿਕਲਦਾ। ਗੁਜ਼ਾਰਾ ਬਸ ਕਦੇ ਭੂਆ ਕਈ ਨੇ ਇਹਦੀਆਂ, ਉਹ ਦੇ ਜਾਂਦੀਆਂ ਨੇ, ਕਦੇ ਕੋਈ ਦੇ ਦਿੰਦਾ, ਕੋਈ ਜਿਹਦੇ ਮਨ ਪਿਸ਼ਟ ਪੈਂਦਾ 500-400। ਖੈਰ ਪਹਿਲਾਂ ਹੀ ਤੁਹਾਨੂੰ ਦੱਸਿਆ ਸੀ ਕਿ ਇਸ ਕਹਾਣੀ ਦਾ ਨਿਚੋੜ ਹੈ ਸਿਰਫ ਦਰਦ, ਜੋ ਇਸ ਪਰਿਵਾਰ ਤੋਂ ਬਿਹਤਰ ਕੋਈ ਦੂਜਾ ਨਹੀਂ ਸਮਝ ਸਕਦਾ। ਦੂਜੇ ਪਾਸੇ ਅੰਮ੍ਰਿਤਪਾਲ ਦਾ ਪਰਿਵਾਰ ਉਸ ਸਦਮੇ ਚੋਂ ਗੁਜ਼ਰਦਾ ਪਿਆ ਹੈ ਜਿਸ ਦਾ ख्वाब ਉਹਨਾਂ ਨੇ ਦੂਰ ਦੂਰ ਤੱਕ ਨਹੀਂ ਦੇਖਿਆ ਸੀ। ਮਾਨਸਾ ਤੋਂ 35 ਕਿਲੋਮੀਟਰ ਦੂਰ ਬੁਢਲਾਡਾ ਅਸੀਂ ਪਹੁੰਚ ਚੁੱਕੇ ਹੋਏ ਹਾਂ। ਇਹ ਪਿੰਡ ਹੈਗਾ ਅੰਮ੍ਰਿਤਪਾਲ ਦਾ, ਚਾਣਕ ਪਿੰਡ। ਇਹ ਘਰ ਦੇ ਹਾਲਾਤ ਤੁਹਾਨੂੰ ਦਿਖਾ ਦਿੰਨਾ। ਇਹ ਕੰਧਾਂ ਹਾਲਾਤ ਬਿਆਨ ਕਰਦੀਆਂ ਹੈਗੀਆਂ ਨੇ ਕਿ ਜਿਸ ਬੰਦੇ ਦੇ ਉੱਤੇ, ਜਿਸ ਮੁੰਡੇ ਦੇ ਉੱਤੇ UAPA ਲਗਾਈ ਗਈ, ਯੂਆਪਾ ਲਗਾਇਆ ਗਿਆ, ਕਿ ਇਹ ਘਰ ਦੇ ਹਾਲਾਤ ਦੱਸਦੇ ਨੇ ਕਿ ਜਾਇਜ਼ ਠਹਿਰਾਉਂਦੇ ਨੇ ਉਸ ਗੱਲ ਨੂੰ ਕਿ UAPA ਵਰਗਾ ਕਾਨੂੰਨ ਉਸ ਮੁੰਡੇ ਦੇ ਉੱਤੇ, ਅੰਮ੍ਰਿਤਪਾਲ ਦੇ ਉੱਤੇ ਲਗਾਉਣਾ ਜਾਇਜ਼ ਹੈ। ਅੰਦਰ ਦੇ ਹਾਲਾਤ ਵੀ ਤੁਹਾਨੂੰ ਦਿਖਾ ਦਿੰਨਾ। ਇਹ ਉਹਦਾ ਮਕਾਨ ਹੈ ਅੰਮ੍ਰਿਤਪਾਲ ਦਾ, ਜਿੱਥੇ ਉਹ ਰਹਿੰਦਾ ਸੀਗਾ। ਸੁਣਨ ਦੇ ਵਿੱਚ ਇਹ ਆਇਆ ਕਿ ਮੁੰਡਾ ਬਾਹਰ ਖੇਤਾਂ ਦੇ ਵਿੱਚ ਮਿਹਨਤ ਕਰਦਾ ਪਿਆ ਸੀਗਾ, ਜਿੱਥੋਂ ਉਸ ਨੂੰ ਚੁੱਕ ਲਿੱਤਾ ਗਿਆ। ਪਹਿਲੇ ਅਸੀਂ ਮਾਨਸਾ ਪਹੁੰਚੇ ਗੁਰਤੇਜ ਸਿੰਘ ਹੋਰਾਂ ਦੇ ਘਰ। ਉਹਨਾਂ ਦੇ ਘਰ ਦੇ ਹਾਲਾਤ ਤੁਹਾਨੂੰ ਦਿਖਾਣੇ ਬੜੇ ਜ਼ਰੂਰੀ ਸੀਗੇ, ਲਾਜ਼ਮੀ ਸੀਗੇ। ਤੇ ਹੁਣ ਮਾਨਸਾ ਤੋਂ ਦੂਰ 35 ਕਿਲੋਮੀਟਰ ਬੁਢਲਾਡਾ ਪਹੁੰਚੇ ਹਾਂ, ਚਾਣਕ ਪਿੰਡ, ਜਿੱਥੇ ਅੰਮ੍ਰਿਤਪਾਲ ਹੋਰਾਂ ਦੇ ਉੱਤੇ UAPA ਲਗਾ ਕੇ ਉਹਨਾਂ ਨੂੰ ਪੁਲਿਸ ਵਾਲਿਆਂ ਨੇ ਗ੍ਰਿਫਤਾਰ ਕਰ ਲਿੱਤਾ ਗਿਆ। ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕੀ ਅੰਮ੍ਰਿਤਪਾਲ ਵਰਗਾ ਮੁੰਡਾ ਅੱਤਵਾਦੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਸੀਗਾ, ਕੀ ਉਹਦੀ ਸ਼ਮੂਲੀਅਤ ਸੀਗੀ। ਇਹ ਜਾਣਨਾ ਬੜਾ ਜ਼ਰੂਰੀ ਹੈਗਾ, ਕਿਉਂਕਿ ਇਹ ਜਿਹੜਾ ਯੂਆਪਾ ਕਾਨੂੰਨ ਹੈਗਾ, UAPA ਕਾਨੂੰਨ ਹੈਗਾ, ਇਹ ਉਹਨਾਂ ਲੋਕਾਂ ਤੇ ਲਗਾਇਆ ਜਾਂਦਾ ਹੈ ਜਿਨ੍ਹਾਂ ਦੇ ਸੰਬੰਧ ਅੱਤਵਾਦੀਆਂ ਦੇ ਨਾਲ ਹੋਣ ਜਾਂ ਭਾਰਤ ਵਰਗੇ ਮੁਲਕ ਦੇ ਖਿਲਾਫ ਉਹ ਕੋਈ ਸਾਜ਼ਿਸ਼ਾਂ ਕਰਦੇ ਹੋਣ। ਆਓ ਉਹਨਾਂ ਦੇ ਘਰ ਵਾਲਿਆਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਗੱਲਾਂ ਬਾਤਾਂ ਕਿਸ ਤਰ੍ਹਾਂ ਅੱਗੇ ਵਧੀਆਂ ਤੇ ਸਿਲਸਿਲਾ ਕੀ ਰਿਹਾ। ਘਰ ਦੇ ਵਿੱਚ ਬੈਠੀਆਂ ਇਹਨਾਂ ਔਰਤਾਂ ਚੋਂ ਕਿਸੇ ਦਾ ਭਰਾ ਸੀ ਅੰਮ੍ਰਿਤਪਾਲ, ਕਿਸੇ ਦਾ ਮੁੰਡਾ ਤੇ ਇੱਕ ਦਾ ਪਤੀ। ਅੰਮ੍ਰਿਤਪਾਲ ਦੀ ਗ੍ਰਿਫਤਾਰੀ ਤੋਂ ਬਾਅਦ ਘਰਦਿਆਂ ਨੂੰ ਹੱਥਾਂ ਪੈਰਾਂ ਤੇ ਪੈ ਗਏ। ਕਿਸੇ ਨੇ ਦੂਰ ਦੂਰ ਤੱਕ ਨਹੀਂ ਸੋਚਿਆ ਸੀ ਕਿ ਅੰਮ੍ਰਿਤਪਾਲ UAPA ਤਹਿਤ ਪੁਲਿਸ ਦੇ ਹੱਥੇ ਚੜ ਜਾਵੇਗਾ। ਖੇਤਾਂ ਦੇ ਵਿੱਚ ਮਜ਼ਦੂਰੀ ਕਰਦੇ ਅੰਮ੍ਰਿਤਪਾਲ ਨੂੰ ਪੁਲਿਸ ਨੇ ਚੁੱਕ ਲਿੱਤਾ। ਇੱਕ ਪਤਨੀ ਜੋ ਆਪਣੇ ਮਾਂ-ਪਿਓ ਨੂੰ ਛੱਡ ਕੇ ਅੰਮ੍ਰਿਤਪਾਲ ਦੇ ਨਾਲ ਜ਼ਿੰਦਗੀ ਦਾ ਸਫ਼ਰ ਬਿਤਾਉਣ ਲਈ ਆਈ ਸੀ, ਉਸ ਨੂੰ ਇਸ ਗੱਲ ਦਾ ਇਲਮ ਨਹੀਂ ਸੀ ਕਿ ਅੰਮ੍ਰਿਤਪਾਲ ਦੇ ਨਾਲ ਇੱਕ ਲੰਬਾ ਵਿਛੋੜਾ ਪੈ ਜਾਵੇਗਾ। ਅੰਮ੍ਰਿਤਪਾਲ ਦੀ ਮਾਂ, ਜਿਸ ਦੀਆਂ ਅੱਖਾਂ ਦਾ ਤਾਰਾ ਉਸ ਤੋਂ ਦੂਰ ਹੋ ਗਿਆ, ਉਸ ਮਾਂ ਕੋਲ ਰੋਣ ਤੋਂ ਇਲਾਵਾ ਕੁਝ ਵੀ ਨਹੀਂ ਸੀ ਬਚਿਆ। ਹੱਥ ਦੇ ਵਿੱਚ ਤਸਵੀਰ ਹੈ ਤੇ ਚੂੜਾ ਪਾਇਆ ਹੋਇਆ ਹੈ। ਇਹ ਗਵਾਹੀ ਭਰਦਾ ਹੈ ਕਿ ਅੰਮ੍ਰਿਤਪਾਲ ਦਾ ਹੁਣੇ 8 ਜੂਨ ਨੂੰ ਵਿਆਹ ਹੋਇਆ ਸੀਗਾ, ਲੇਕਿਨ ਸ਼ਾਇਦ ਇਸ ਗੱਲ ਦਾ ਇਲਮ ਨਹੀਂ ਸੀਗਾ ਜਾਂ ਕਿਸੇ ਨੇ ਦੂਰ ਦੂਰ ਤੱਕ ਨਹੀਂ ਸੋਚਿਆ ਸੀਗਾ ਕਿ 8 ਜੂਨ ਨੂੰ ਵਿਆਹ ਹੋਏਗਾ ਤੇ ਉਸ ਤੋਂ ਬਾਅਦ ਫਿਰ ਯੂਆਪਾ ਵਰਗਾ ਸਖਤ ਕਾਨੂੰਨ ਅੰਮ੍ਰਿਤਪਾਲ ਤੇ ਲਗਾ ਕੇ ਉਸ ਨੂੰ ਪੁਲਿਸ ਵੱਲੋਂ ਚੁੱਕ ਲਿੱਤਾ ਜਾਏਗਾ। ਇਹ ਅੰਮ੍ਰਿਤਪਾਲ ਦੇ ਪਰਿਵਾਰਕ ਮੈਂਬਰ ਨੇ, ਇੱਕ ਪਾਸੇ ਪਤਨੀ ਹੈ, ਵਿੱਚ ਮਾਤਾ ਜੀ ਨੇ ਤੇ ਨਾਲ ਭਰਾ ਸੱਜਣ ਬੈਠੇ ਹੋਏ ਨੇ। ਇਹ ਮਕਾਨ ਜਦੋਂ ਗੱਲਬਾਤ ਕਰਨੀ ਸ਼ੁਰੂ ਕੀਤੀ ਇਹਨਾਂ ਦੇ ਨਾਲ ਤੇ ਇਹਨਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸਿਰਫ ਇੱਕ ਹੀ ਕਮਰਾ ਸੀਗਾ, ਕੱਚਾ ਮਕਾਨ ਸੀਗਾ, ਲੇਕਿਨ ਫਿਰ ਸੈਂਟਰ ਦੀ ਜਿਹੜੀ ਸਕੀਮ ਹੁੰਦੀ ਹੈ ਉਸ ਤਹਿਤ ਇਹਨਾਂ ਨੂੰ ਲੋਨ ਮਿਲਿਆ ਤੇ ਫਿਰ ਇਹਨਾਂ ਨੇ ਇਹ ਕੰਧਾਂ ਖੜੀਆਂ ਕੀਤੀਆਂ। ਮਿਹਨਤ ਮਜ਼ਦੂਰੀ ਕਰਨ ਵਾਲਾ ਪਰਿਵਾਰ ਹੈਗਾ। ਫਿਰ ਸਵਾਲ ਇਹ ਖੜਾ ਹੋ ਜਾਂਦਾ ਹੈ ਕਿ ਇੱਕ ਮਿਹਨਤ ਮਜ਼ਦੂਰੀ ਕਰਨ ਵਾਲੇ ਪਰਿਵਾਰ ਦੇ ਵਿੱਚ ਜਿਹੜਾ ਇੱਕ ਮੁੰਡਾ ਅੰਮ੍ਰਿਤਪਾਲ ਵਰਗਾ ਜਿਹਦਾ 8 ਜੂਨ ਨੂੰ ਵਿਆਹ ਹੁੰਦਾ, ਉਹ ਮਿਹਨਤ ਮਜ਼ਦੂਰੀ ਕਰਨ ਵਾਲਾ ਅੰਮ੍ਰਿਤਪਾਲ ਕੀ ਅੱਤਵਾਦੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਸੀਗਾ, ਕਿ ਉਹਦੀ ਸ਼ਮੂਲੀਅਤ ਸੀਗੀ। ਕਿਉਂਕਿ ਯੂਆਪਾ ਕਹਿੰਦਾ ਕਿ ਉਸ ਬੰਦੇ ਦੇ ਉੱਤੇ ਯੂਆਪਾ ਲਗਾਇਆ ਜਾਂਦਾ ਜੋ ਭਾਰਤ ਨੂੰ ਤੋੜਨ ਦੀ ਗੱਲ ਕਰਦਾ ਜਾਂ ਅੱਤਵਾਦੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੁੰਦਾ। ਮਾਤਾ ਜੀ, ਅੰਮ੍ਰਿਤਪਾਲ ਨੂੰ ਪੁਲਿਸ ਕਦੋਂ ਲੈ ਕੇ ਜਾਂਦੀ ਹੈ? ਉਹ ਜੀ 29 ਤਰੀਕ ਹੈਗੀ ਤੇ 2:30 ਦਾ ਟਾਈਮ ਆ ਜੀ, ਤੇ 2:30 ਤੋਂ ਬਾਅਦ
4 ਵਜੇ ਸਾਨੂੰ ਦੱਸਿਆ ਤੇ ਪਿੰਡ ਵੀ ਆਇਆ ਉਹ ਵੀਰ ਨਿਹਾਲੇ ਕੋਲੋਂ ਖੇਤਾਂ 'ਚੋਂ, ਵੀ ਖੇਤਾਂ 'ਚ ਜੀ ਕੋਠਾ ਸੀਗਾ, ਉੱਥੇ ਦਿਹਾੜੀ ਕਰਦਾ ਸੀਗਾ ਤੇ ਉੱਥੋਂ ਆ ਕੇ ਬੀੜੀਆਂ ਵੀ ਲਗਿਆਗਾ, ਉਹ ਜਰਦਾ ਵੀ ਲਗਿਆਗਾ, ਉਹਦੀ ਜੇਬ 'ਚੋਂ ਬੀੜੀਆਂ ਵੀ ਨਿਕਲੀਆਂ ਨੇ, ਪੁਲਿਸ ਨੇ ਚੱਕਿਆ। ਤੇ ਉਹਨਾਂ ਨੂੰ ਬਸ ਜਾ ਕੇ ਇਹ ਪੁੱਛਿਆ ਵੀ ਉਰੇ ਵੀ ਬੋਗੜ ਹੈਗਾ ਗਾ, ਵੀ ਉਹਨੂੰ ਵੈਸੇ ਤਾਂ ਅੰਮ੍ਰਿਤਪਾਲ ਹੈ ਜੀ, ਉਹ ਬੋਗੜ ਕਹਿੰਦੇ ਸੀ ਮੋਟਾ ਕਰਕੇ। ਤੇ ਉਹ ਕਹਿੰਦਾ ਵੀ ਹਾਂ ਭਾਈ ਸਾਡੇ ਕੰਮ ਤੇ ਲੱਗਿਆਗਾ। ਉਹਨੂੰ ਵਿਚਾਰੇ ਨੂੰ ਕੁਝ ਨਹੀਂ ਦੱਸਿਆ, ਕੁਝ ਨਹੀਂ ਪੁੱਛਿਆ। ਇੱਕ ਤੋਂ ਉਧਰ ਬਾਂਹ ਤੋਂ ਫੜ ਲਿਆ, ਇੱਕ ਨੇ ਉਧਰੋਂ ਜੀ ਚੱਕ ਕੇ ਗੱਡੀ 'ਚ ਧਰ ਲਿਆ। ਤੇ ਉਹ ਮੁੜ ਕੇ ਆਂਦਾ ਵੀ ਮੈਨੂੰ ਗੱਲ ਤਾਂ ਦੱਸ ਦਿਓ ਵੀ ਕੀ ਗੱਲ ਹੈ। ਆਂਦੇ ਵੀ ਤੁਸੀਂ ਐਂ ਕਰੋ, ਵੀਰ ਲੰਬਰਦਾਰ ਨੂੰ ਕਹਿੰਦੇ ਵੀ ਤੁਸੀਂ ਇਹ ਕਰੋ ਵੀ ਆਪਣਾ ਦਿਹਾੜੀਆ ਹੋਰ ਲੈ ਲਓ ਤੁਸੀਂ। ਫਿਰ ਉਹਨੇ ਬਾਅਦ 'ਚ ਮੈਨੂੰ ਫੋਨ ਕੀਤਾ, ਗੁਰਨਾਮ ਕਹਿੰਦਾ ਵੀ ਬਈ ਐਂ ਕਰਕੇ ਵੀ ਮੁੰਡੇ ਨੂੰ ਪੁਲਿਸ ਲੈ ਗਈ। ਮੈਂ ਆਖਿਆ ਵੀਰ ਮੈਂ ਹੁਣ ਅਸੀਂ ਦੋਨੇ ਘਰੇ ਇਕੱਲੀਆਂ, ਸਾਰੇ ਦਿਹਾੜੀ ਗਏ ਹੋਏ ਨੇਗੇ। ਤੇ ਕਹਿੰਦਾ ਬਈ ਤੁਸੀਂ ਮਗਰ ਜਾਓ। ਮਗਰ ਜੀ ਅਸੀਂ ਰਿਸ਼ਤੇਦਾਰ ਨੇ ਬੋਹਾ, ਉਹਨਾਂ ਨੂੰ ਅਸੀਂ ਕਿਹਾ ਵੀ ਤੁਸੀਂ ਜਾ ਆਓ ਜੀ, ਸਾਡੀ ਉੱਥੇ ਕਿਸੇ ਨੇ ਨਹੀਂ ਸੁਣੀ, ਥਾਣੇ ਵਾਲਿਆਂ ਨੇ। ਫਿਰ ਜੀ ਉਹਨਾਂ ਨੇ ਗਲਤੀ ਕੀ ਕੀਤੀ, ਗਲਤੀ ਮੇਰੇ ਅੰਮ੍ਰਿਤਪਾਲ ਮੁੰਡੇ ਨੂੰ, ਕਾਕੇ ਨੂੰ ਕੋਈ ਉਹਨੇ ਅੰਮ੍ਰਿਤ ਨਹੀਂ ਸਕਿਆ, ਕੋਈ ਜਰਦਾ ਵੀੜੀ ਵਾਲਾ ਮੁੰਡਾ ਜੀ ਮੇਰਾ। ਇਹਨਾਂ ਨੇ ਨਜਾਇਜ਼ ਜੀ ਪੁਲਿਸ ਵਾਲਿਆਂ ਨੇ ਨਾ ਉਹਦੇ ਉੱਤੇ ਕਰੰਟ ਲਾਇਆ ਜੀ ਰਾਤ ਨੂੰ। ਉਹਦੇ ਨਿਆਣੇ ਦੇ ਕੀ ਬੀਤਦੀ ਹੋਣੀ ਦਿਲ ਵਿੱਚ। ਤੁਹਾਨੂੰ ਕਿੰਨੇ ਕਿਹਾ ਕਿ ਕਰੰਟ ਲੱਗਾ, ਟਾਰਚਰ? ਜੀ ਮੈਂ ਗਈ ਸੀ ਆਪਦੇ ਕਾਕੇ ਨੂੰ ਮਿਲਣ ਪਟਿਆਲੇ। ਸਾਨੂੰ ਉਰੇ ਵਿਚਾਰਾ ਨਾ ਵੀ ਦੀਵਿੰਦਰ ਹੈ ਤੇ ਉਹ ਨਾ ਮੈਨੂੰ ਲੈ ਗਿਆ ਵਿਚਾਰਾ ਪੁੱਛ ਦੱਸ ਕੇ ਵੀ ਚਲੋ ਭਾਈ ਤੁਹਾਨੂੰ ਮੈਂ ਮਿਲਾ ਲਿਆਉਣਾਗਾ। ਉਹਨਾਂ ਨੇ ਮੁੜ ਕੇ ਨਾ ਅਸੀਂ ਉੱਥੇ ਮੈਂ ਮੇਰੇ ਕਾਕੇ ਨੂੰ ਪੁੱਛਿਆ, ਮੈਨੂੰ ਆਂਦਾ ਮੰਮੀ ਮੈਂ ਕਿਹਾ ਤੈਨੂੰ ਕੋਈ ਦੁੱਖ ਤਕਲੀਫ ਆ? ਕਹਿੰਦਾ ਮੰਮੀ ਮੈਨੂੰ ਕੋਈ ਦੁੱਖ ਤਕਲੀਫ ਨਹੀਂ, ਮੈਨੂੰ ਇਹਨਾਂ ਮੁਲਾਜ਼ਮਾਂ ਨੇ ਕੁਝ ਨਹੀਂ ਕਿਹਾ ਪਟਿਆਲੇ ਵਾਲਿਆਂ ਨੇ। ਕਹਿੰਦਾ ਇਹਨਾਂ ਨੇ ਮੇਰੇ ਉਂਗਲ ਵੀ ਨਹੀਂ ਲਾਈ। ਕਹਿੰਦਾ ਜਿਹੜੇ ਆਪਣੇ ਉਹ ਸੀ ਨਾ ਬੋਹਾ ਵਾਲੇ ਮੰਮੀ, ਉਹਨਾਂ ਨੇ ਮੈਨੂੰ ਕਰੰਟ ਲਾਇਆ। ਹਾਂਜੀ ਇੰਨੀ ਗੱਲ ਮੇਰੇ ਕਾਕੇ ਨੇ ਦੱਸੀ, ਮੈਨੂੰ ਕਿਸੇ ਨੇ ਨਹੀਂ ਦੱਸੀ ਜੀ, ਵੀ ਐਵੇਂ ਕਹਾਂ ਮੈਂ। ਮੈਨੂੰ ਮੇਰੇ ਦੀਪਿੰਦਰ ਕੌਣ ਹੈ? ਦੀਪਿੰਦਰ ਦਾ ਜ਼ਿਕਰ ਕੀਤਾ ਤੁਸੀਂ? ਦੀਵਿੰਦਰ ਜੀ ਸਾਡਾ ਗਵਾਂਢੀ ਹੈਗਾ ਤੇ ਸਹਿਚਾਰ ਵਧੀਆ ਉਹਨਾਂ ਨਾਲ, ਸਾਡਾ ਲਵੀ ਘਰ ਹੈਗਾ ਜੀ। ਤੇ ਉਹਨੇ ਉਸੇ ਨੇ ਵਿਚਾਰੇ ਨੇ ਉਹ ਜਿਹੜਾ ਫੜ ਕੇ ਲਿਆ ਸੀਗਾ ਵੀ ਪੁਲਿਸ ਵਾਲਿਆਂ ਤੋਂ ਲੰਬਰ ਲੈਤਾ ਗਾਂ ਦੀ ਗਾਂ ਪਟਿਆਲੇ ਵਾਲਿਆਂ ਦਾ, ਤੇ ਉਹੀ ਸਾਨੂੰ ਮਿਲਾ ਕੇ ਲਿਆ। ਉਸੇ ਨੇ ਵਿਚਾਰੇ ਨੇ ਕੱਪੜਾ ਲੀੜਾ ਸੀ ਗਏ ਆ ਦੇਣ ਜੀ। ਤੇ ਉਹ ਤਾਂ ਕਰਕੇ ਸਹਿਚਾਰਾਂ ਨਾਲ ਹੀ ਘਰ ਆ ਜੀ ਸਾਡਾ। ਉਹਨਾਂ ਦਾ ਕਿੰਨੀ ਦੇਰ ਮੁਲਾਕਾਤ ਹੋਈ ਉਹਦੇ ਨਾਲ, ਅੰਮ੍ਰਿਤਪਾਲ? ਜੀ ਅਸੀਂ ਵੀ ਕਰੀ ਹੋਈ ਹੋਣੀ 15-20 ਮਿੰਟ ਬੈਠ ਹੀ ਗਏ ਸੀ ਅਸੀਂ ਜੀ। 15-20 ਮਿੰਟ ਦੇ ਦੌਰਾਨ ਹੋਰ ਕੀ ਗੱਲਾਂ ਹੋਈਆਂ? ਇੱਕ ਤਾਂ ਸਾਡੇ ਨਾਲ ਉਹਦੀ ਕੋਈ ਗੱਲ ਨਹੀਂ ਹੋਈ, ਉਹ ਵੀ ਰੋਈ ਗਿਆ ਜੀ, ਮੈਂ ਵੀ ਰੋਈ ਗਈ, ਕਾਕਾ ਵੀ ਰੋਈ ਗਿਆ। ਹੋਰ ਜੀ ਉਹਦੇ ਨਾਲ ਕੋਈ ਗੱਲ ਨਹੀਂ ਹੋਈ ਮੇਰੀ। ਸਵਾਲ ਫਿਰ ਕਰਨੇ ਔਖੇ ਹੋ ਜਾਂਦੇ ਨੇ ਜਦੋਂ ਇਸ ਤਰ੍ਹਾਂ ਦੇ ਹਾਲਾਤ ਦੇਖਣ ਨੂੰ ਮਿਲਦੇ ਨੇ। ਇੱਕ ਮਾਂ ਦੀਆਂ ਅੱਖਾਂ ਦੇ ਵਿੱਚ ਪਾਣੀ ਹੈ ਤੇ ਪਤਨੀ ਦੇ ਹੱਥ ਦੇ ਵਿੱਚ ਤਸਵੀਰ ਫੜੀ ਹੋਈ ਹੈ। ਇਹਨਾਂ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਟਾਰਚਰ ਕੀਤਾ ਗਿਆ, ਕਰੰਟ ਤੱਕ ਲਗਾਇਆ ਗਿਆ। ਮਾਤਾ ਜੀ ਕੋਈ ਗੱਲ ਨਹੀਂ, ਮੈਂ ਵੀ ਤੁਹਾਡਾ ਬੇਟੇ ਵਰਗਾ ਹੀ ਹਾਂ। ਮੈਨੂੰ ਇੱਕ ਚੀਜ਼ ਦੱਸੋ, ਹੁਣ ਅੱਗੇ ਕੀ ਸੋਚਦੇ ਹੋ, ਜਾਂ ਉਹ ਕੀ ਸੋਚਦਾ ਪਿਆ ਸੀਗਾ? ਕੋਈ ਗੱਲ ਉਹਨੇ ਆਪਣੇ ਦਿਲ ਦੀ ਹੋਰ ਕੋਈ ਕੀਤੀ? ਜੀ ਸਾਨੂੰ ਕੁਝ ਨਹੀਂ ਕਹੇ, ਵੀ ਵਿਚਾਰੀ ਰੋਏਗੀ, ਮੈਂ ਵੀ ਰੋਏਗੀ, ਉਹ ਕਾਕਾ ਵੀ ਰੋਈ ਗਿਆ ਜੀ ਉੱਥੇ। ਬਸ ਇੰਨਾ ਮੈਨੂੰ ਕਹਿ ਕੇ ਰੋਣੋਂ ਨਹੀਂ ਹਟਿਆ ਜੀ। ਉਹ ਇਹੋ ਜਿਹਾ ਕਹੇ ਨਹੀਂ ਸੀ ਜੀ ਮੇਰਾ ਕਾਕਾ, ਜੇ ਹੁੰਦਾ ਨਾ। ਨਹੀਂ ਬਿਲਕੁਲ ਨਹੀਂ ਹੈਗਾ ਜੀ, ਨਜਾਇਜ਼ ਹੈ ਨਾ, ਉਹ ਤਾਂ ਝੂਠਾ ਇਲਜ਼ਾਮ ਲਾਇਆ ਗਿਆ ਜੀ। ਝੂਠਾ ਇਲਜ਼ਾਮ ਲਾਉਣ ਦੀ ਵਜ੍ਹਾ ਕੀ ਹੋ ਸਕਦੀ ਹੈ? ਵੀ ਝੂਠਾ, ਜਦੋਂ ਮੇਰੀ ਗੱਲ ਸੁਣੋ ਜੀ, ਜਦੋਂ ਵੀ ਬੀੜੀ ਜਰਦਾ ਬੰਦਾ ਉਹ ਖਾਲਸਤਾਨੀਆਂ 'ਚ ਹੋ ਸਕਦਾ? ਸਾਡਾ ਕੋਈ ਸੰਬੰਧ ਨਹੀਂ ਉਹਨਾਂ ਨਾਲ, ਖਾਲਸਤਾਨੀ ਵਾਲਾ ਕੰਮ ਕੋਈ ਹੈ ਜਾਂ। ਕਦੀ ਤੁਸੀਂ ਫਿਰ ਉਹਨੂੰ ਜਦੋਂ ਤੁਸੀਂ ਮਿਲਣ ਗਏ ਹੋ ਪਟਿਆਲਾ ਜੇਲ੍ਹ ਦੇ ਵਿੱਚ, ਤੁਸੀਂ ਫਿਰ ਵੀ ਮਾਂ ਹੁੰਦੀ ਹੈ, ਪਿਓ ਹੁੰਦਾ, ਉਹ ਫਿਰ ਵੀ ਪੁੱਛਦਾ ਆਪਣੇ ਬੱਚੇ ਕੋਲੋਂ ਕਿ ਤੇਰੇ ਤੋਂ ਕੋਈ ਗਲਤੀ ਤਾਂ ਨਹੀਂ ਹੋਈ? ਤੁਸੀਂ ਪੁੱਛਿਆ? ਜੀ ਉਹ ਤਾਂ ਕੋਈ ਗਲਤੀ ਨਹੀਂ ਹੋਈ। ਮੇਰਾ ਬੱਚਾ ਜੀ ਇੱਥੇ ਦਿਹਾੜੀ ਦੱਪਾ ਜਾਂਦਾ ਸੀ, ਜੇ ਕੋਈ ਪੈਸਾ ਵੀ ਲੈਣਾ 10 ਰੁਪਏ ਉਹਨੇ ਵੀ ਜਿਵੇਂ ਨਿੱਕੇ ਨਿਆਣੇ ਮੰਗਦੇ ਨੇ, ਮੈਂ ਤਾਂ ਮੰਗ ਕੇ ਲੈ ਕੇ ਜਾਂਦਾ ਸੀ ਜੀ। ਇਹੀ ਜੀ ਗੱਲ ਹੀ ਨਹੀਂ ਸੀ ਕੋਈ ਹੈਗੀ। ਨਿੱਕਾ ਬੱਚਾ ਨਹੀਂ ਰੇੜ ਕਰਕੇ ਕਹਿੰਦਾ ਮੰਮੀ ਮੈਨੂੰ ਪੈਸੇ ਦੇ, ਮੇਰਾ ਬੱਚਾ ਐਂ ਲੈ ਜਾਂਦਾ। ਕੋਈ ਵੀ ਜੇ ਬੀੜੀ ਬੂੜੀ ਲਿਆਉਣੀ ਹੁੰਦੀ ਉਹ ਨਹੀਂ ਸੀ ਜੀ ਕਦੇ। ਦਿਹਾੜੀ ਜਾਂਦਾ ਸੀ, ਦਿਹਾੜੀ ਪੈਸੇ ਲਿਆ ਕੇ ਮੈਨੂੰ ਫੜਾਉਂਦਾ ਸੀਗਾ। ਖੈਰਾ ਸਾਹਿਬ ਤੁਹਾਡੇ ਕੋਲ ਆਏ? ਹਾਂਜੀ। ਕੋਈ ਕਿਸ ਤਰ੍ਹਾਂ ਦਾ ਯਕੀਨ ਦਿਵਾ ਕੇ ਗਏ ਤੁਹਾਨੂੰ? ਸਾਨੂੰ ਯਕੀਨ ਜੀ ਉਹ ਪੂਰਾ ਦੇ ਕੇ ਗਏ ਨੇਗੇ। ਉਹ ਆਂਦੇ ਵੀ ਜਿੰਨਾ ਮਸਲਾ ਹੱਲ ਅਸੀਂ ਕਰਾਂਗੇ ਕਾਕੇ ਦਾ। ਨਾ ਤਾਂ ਜੀ ਅਸੀਂ ਦੇਖ ਹੁਣ ਵਕੀਲ ਜੋਗੇ ਆਂਗੇ, ਗਰੀਬ ਬੰਦੇ ਆ ਜੀ। ਜੇ ਸਾਡੇ ਕੋਲ ਪੈਸਾ ਧੇਲਾ ਕੋਈ ਨਹੀਂ ਹੈਗਾ, ਦਿਹਾੜੀ ਹੱਥਾਂ ਨੂੰ ਲਿਆਉਂਦੇ ਆ, ਉਹਨੇ ਕੁ ਜੀ ਅਸੀਂ ਖਾ ਲੈਂਦੇ ਹੈਗੇ। ਤਾਂ ਕਰਕੇ ਜੀ ਉਹ ਮੈਨੂੰ ਭਰੋਸਾ ਪੂਰਾ ਦੇ ਕੇ ਗਏ ਨੇ ਉਹ, ਵੀ ਆਪਾਂ ਕਾਕਾ ਇਹ ਕਢਾਉਣਾ ਹੀ ਕਢਾਉਣਾ।
ਹਾਂਜੀ। ਕਦੀ ਗੱਲ ਕੀਤੀ ਉਹਨੇ ਕੋਈ ਖਾਲਿਸਤਾਨ ਨੂੰ ਲੈ ਕੇ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਧਰਮ ਨੂੰ ਲੈ ਕੇ ਕਿਸੇ ਤਰ੍ਹਾਂ ਦੇ ਕੋਈ ਵਿਚਾਰ ਸੀਗੇ ਉਹਦੇ ਮੁੰਡੇ ਦੇ? ਨਾ ਜੀ, ਕੋਈ ਵਿਚਾਰ ਨਹੀਂ ਸੀ ਉਹਦੇ। ਬਸ ਮੇਰੇ ਨਾਲ ਘਰੇ ਚੌੜ ਚੂੜ ਕਰ ਲੈਣੀ ਤੇ ਨਾ ਜੇ ਮੈਂ ਕਹਿਣਾ ਵੀ ਚੱਲ ਤੂੰ ਕੋਈ ਗੱਲ ਨਹੀਂ ਬਾਹਰ ਖੇਡ ਬੈ ਜਾਵੇ, ਜਿਵੇਂ ਆਪਾਂ ਬੱਚੇ ਨੂੰ ਕਹਿ ਦਿੰਦੇ ਆ, ਕਹਿੰਦਾ ਨਹੀਂ ਮੰਮੀ ਮੈਂ ਜਾਣਾ, ਮੇਰਾ ਬਾਹਰ ਜੀ ਨਹੀਂ ਲੱਗਦਾ ਕਿਤੇ ਵੀ। ਦਿਹਾੜੀ ਜਾਣਾ ਉਹਨੇ, ਹੱਥ ਨੇ ਜੀ ਘਰੇ ਆ ਜਾਣਾ, ਤੜਕੇ ਉਹਨੇ 8 ਵਜੇ ਵਗ ਜਾਣਾ ਘਰੋਂ ਜੀ। ਪਹਿਲਾਂ ਤੂੜੀ ਦਾ ਸੀਜ਼ਨ ਲਾਇਆ ਜੀ, ਉਰੇ ਸਬਜ਼ੀ ਲੱਗਦੀ ਸੀਗੀ, ਸਬਜ਼ੀ ਸੂਜੀ ਵੀ ਤੋੜਨ ਜਾਂਦਾ ਰਿਹਾ ਤੇ ਇਹੋ ਜਿਹੇ ਕੰਮ 'ਚ ਜੀ ਕਿਤੇ ਨਹੀਂ ਗਿਆ ਉਹ। ਮੈਂ ਕਹਾਂ ਮੇਰਾ ਬੱਚਾ ਜਾਂਦਾ, ਕਿਤੇ ਨਹੀਂ ਜਾਂਦਾ ਜੀ ਉਹ। ਤੁਹਾਡੇ ਬੱਚੇ ਦਾ ਕੋਈ ਇਸ ਤਰ੍ਹਾਂ ਕੋਈ ਤੁਸੀਂ ਜਿਵੇਂ ਦੱਸਦੇ ਹੋ ਕੋਈ ਤਾਲੁਕਾਤ ਨਹੀਂ ਸੀਗਾ ਜਾਂ ਕੋਈ ਖਾਲਿਸਤਾਨ ਦੇ ਮੁਤਲਕ ਕੋਈ ਗੱਲ ਨਹੀਂ ਕਰਦਾ ਸੀਗਾ, ਪਰ ਫਿਰ ਇੰਜ ਕਿਉਂ ਲੱਗਦਾ, ਕਿਉਂ ਪੁਲਿਸ ਵਾਲੇ ਉਹਨਾਂ ਦਾ ਵਤੀਰਾ ਤੁਹਾਡੇ ਪ੍ਰਤੀ ਇਦਾਂ ਦਾ ਰਿਹਾ? ਜੀ ਹੁਣ ਪੁਲਿਸ ਵਾਲੇ ਮੇਰੀ ਗੱਲ ਸੁਣੋ, ਐਵੇਂ ਬੱਚਿਆਂ ਨੂੰ ਤੰਗ ਕਰੀ ਜਾਂਦੇ ਨੇਗੇ। ਤੰਗ ਹੀ ਆ ਇਹ, ਬੱਚਿਆਂ ਨੂੰ ਤੰਗ ਕਰਦੇ ਨੇ। ਸਮਾਂ ਸਾਡੀ ਹੈਲਪ ਕਰਨੀ ਸੀ ਇੱਥੋਂ ਆਪਣੀ ਬੋਹ ਵਾਲੀ ਪੁਲਿਸ ਨੇ ਵੀ ਭਾਈ ਇਹ ਕੰਮ ਨਹੀਂ ਇੱਧਰ ਹੈਗਾ, ਤੇ ਇਹਨਾਂ ਨੇ ਸਮਾਂ ਉਲਟਾ ਕਰੰਟ ਲਾਇਆ ਮੇਰੇ ਬੱਚੇ ਨੂੰ। ਸਮਾਂ ਬੇਦੋਸਾ ਬਣਾ ਦਿੰਦੇ ਨੇਗੇ ਮਿੰਟ 'ਚ ਦੀ ਇਹ ਹੈ। ਹੋਰ ਕੀ ਗੱਲਾਂ ਹੋਈਆਂ ਉੱਥੇ ਜੇਲ੍ਹ ਦੇ ਵਿੱਚ? 15-20 ਮਿੰਟ ਤੁਸੀਂ ਰਹੇ, ਰੋਂਦੇ ਰਹੇ ਹੋ ਤੁਸੀਂ ਦੱਸ ਰਹੇ ਹੋ, ਇਸ ਤੋਂ ਇਲਾਵਾ ਵੀ ਕੋਈ ਗੱਲ ਦੱਸੀ ਉਹਨੇ? ਜੀ ਉਹਨੇ ਕੋਈ ਗੱਲ ਨਹੀਂ ਕਿਹਾ ਵੀ ਮੰਮੀ ਮੈਨੂੰ ਜਿੰਨਾ ਤੂੰ ਮੈਨੂੰ ਛੇਤੀ ਕਢਾ ਲੈ ਮੰਮੀ, ਵੀ ਮੇਰਾ ਕੋਈ ਕਸੂਰ ਨਹੀਂ ਇਹੋ ਜਿਹੇ ਕੰਮਾਂ 'ਚ, ਮੈਂ ਹੈ ਨਹੀਂ ਗਾ ਜੀ, ਮੈਨੂੰ ਕਢਾ ਲਓ ਛੇਤੀ। ਦੋਸਤੋ ਇਸ ਪਾਸੇ ਕੁਝ ਚੀਜ਼ਾਂ ਤਸਵੀਰਾਂ ਹੋਰ ਵੀ ਤੁਹਾਨੂੰ ਦਿਖਾਵਾਂਗਾ। ਮਾਤਾ ਜੀ ਤੁਸੀਂ ਵੀ ਆ ਜਾਓ ਨਾਲ। ਇਸ ਇੱਕ ਕਮਰਾ ਤੁਹਾਨੂੰ ਦਿਖਾ ਦਾਂਗਾ। ਇਹ ਕਮਰਾ ਗਵਾਹੀ ਭਰਦਾ। ਗਵਾਹੀ ਕਿਸ ਚੀਜ਼ ਦੀ ਭਰਦਾ? ਇਸ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਮਸ਼ੀਨ ਲੱਗੀ ਹੋਈ ਹੈ ਤੇ ਤਸਵੀਰਾਂ ਵੀ ਹੈਗੀਆਂ ਨੇ। ਮਾਤਾ ਜੀ ਦੇ ਮੁਤਾਬਕ, ਮਾਤਾ ਜੀ ਕੀ ਤੁਸੀਂ ਵੀ ਕੁਝ ਕੰਮ ਕਰਦੇ ਹੋ ਉੱਥੇ, ਮਿਹਨਤ ਕਰਦੇ ਹੋ? ਹਾਂਜੀ, ਮੈਂ ਸਿਲਾਈ ਦਾ ਕੰਮ ਕਰਦੀ ਹਾਂ ਜੀ, ਤੇ ਆਪਦੀ ਵੈਸੇ ਮੈਂ ਘਰੇ ਸਿਲਾਈ ਕੱਪੜੇ ਸਿਉਂ ਲੈਂਦੇ ਜੀ, ਤੇ ਸਮਾਈ ਆ ਜਾਂਦੀ ਹੈ, ਮੈਂ ਆਪਦਾ ਘਰ ਦਾ ਗੁਜ਼ਾਰਾ ਜੀ ਚਲਾਈ ਜਾਂਦੀ ਹਾਂ। ਕੁਛ ਸਾਡੀ ਦਿਹਾੜੀ ਹੋ ਜਾਂਦੀ ਹੈ ਜੀ, ਸਾਡਾ ਉਹ ਅਸੀਂ ਖਾ ਪੀ ਲੈਂਦੇ ਹਾਂ ਜੀ। ਹੋਰ ਘਰ ਦੇ ਕਿੰਨੇ ਜੀ ਆ ਕਮਾਉਣ ਵਾਲੇ? ਹਾਂਜੀ, ਇੱਕ ਤਾਂ ਮੇਰਾ ਬੇਟਾ ਵੱਡਾ ਜੀ, ਉਹ ਵੀ ਦਿਹਾੜੀ ਜਾਂਦਾ ਗਾ ਜੀ, ਮੇਰੇ ਘਰ ਵਾਲਾ ਵੀ ਦਿਹਾੜੀ ਜਾਂਦਾ, ਇਹ ਕਾਕਾ ਵੀ ਜੀ ਦਿਹਾੜੀ ਜਾਂਦਾ ਗਾ। ਹਾਂਜੀ, ਤਿੰਨੇ ਇਹੀ ਕੰਮ ਕਰਦੇ ਨੇ ਬਸ ਦਿਹਾੜੀ ਦਾ। ਕਿਸ ਤਰ੍ਹਾਂ ਗਮ, ਉਦਾਸੀ, ਪੀੜ ਘਰ ਦੇ ਵਿੱਚ ਆਪਣਾ ਡੇਰਾ ਵਸਾ ਲੈਂਦੇ ਨੇ, ਇਹ ਦੋ ਘਰ ਦੀਆਂ ਕੰਧਾਂ ਚੀਖ ਕੇ ਦੱਸਦੀਆਂ ਹਨ। ਗੁਰਤੇਜ ਸਿੰਘ ਜੋ ਪੇਸ਼ੇ ਤੋਂ ਇੱਕ ਪਲੰਬਰ ਦਾ ਸੀ, ਲੇਕਿਨ ਰਿਸ਼ਤੇ ਤੋਂ 3 ਬੱਚਿਆਂ ਦਾ ਪਿਓ ਤੇ ਕਿਸੇ ਦਾ ਪਤੀ। ਦੂਜੇ ਪਾਸੇ ਅੰਮ੍ਰਿਤਪਾਲ ਦੀ ਮਾਂ ਦੀਆਂ ਅੱਖਾਂ 'ਚੋਂ ਵਗਦੇ ਹੰਝੂ ਤੇ ਹਰ ਹੰਝੂ 'ਚੋਂ ਵਹਿੰਦੀ ਦਰਦ ਨਾਲ ਭਰੀ ਕਹਾਣੀ। ਕਿ ਇਹਨਾਂ ਪਰਿਵਾਰਾਂ ਦੀ ਇਨਸਾਫ ਨੂੰ ਲੈ ਕੇ ਉਮੀਦ ਬਣੀ ਰਹੇਗੀ ਜਾਂ ਉਮੀਦ ਵੀ ਉਸੇ ਤਰ੍ਹਾਂ ਟੁੱਟ ਕੇ ਵਿਖਰ ਜਾਵੇਗੀ ਜਿਸ ਤਰ੍ਹਾਂ ਹਰ ਰੋਜ਼ ਇਹਨਾਂ ਦੀ ਰੂਹ ਟੁੱਟਦੀ ਹੈ। ਕੈਮਰਾਮੈਨ ਜੱਸੀ ਦੇ ਨਾਲ ਮੈਂ ਸੀ ਲੰਕੇਸ਼ ਤ੍ਰਿਖਾ, ਰੋਜ਼ਾਨਾ ਸਪੋਕਸਮੈਨ ਦੇ ਲਈ।